Okay, students, good morning once again. Okay, so many times we discussed uh, uh, under Mission Fateh the message of this government and state government, central government as well. Under Mission Fateh, we have to use precautionary measures, right? Use mask, avoid social gathering, keep social distance, take a good diet to improve your immunity system, and be aware of create awareness among the mass about this deadly virus corona for taking precautionary measures. Okay, so today I'm going to start light sources. So light sources are nothing. These are LEDs and lasers, right? Hello, hello, Yes, हाँ students, sir. जी सर। respond karya karo, है ना? Respond karya karo. So हाँ जी light हाँ जी। sources means which can generate light, and this LED and laser, they are the heart, rather main major component of the optical transmitters. So we will discuss some uh, some of the components. I mean, these two sources, LED and lasers. Look at, ਸੋ ਅਸੀਂ ਜਦੋਂ ਫਸਟ ਪਹਿਲਾਂ ਦੇਖੋ ਕਹਿੰਦਾ ਸੀ ਬੇਸਿਕ ਬਲੌਕ ਡਾਇਗਰਾਮ ਪਹਿਲਾਂ ਡਿਸਕਸ ਕੀਤੀ ਸੀ ਜਿਹਦੇ ਵਿੱਚ ਲਿੰਕ ਸੀ। ਦੇਖੋ ਮੈਂ ਲੈਟ ਮੀ ਟੈਲ ਯੂ, ਇਫ ਯੂ ਟਾਕ ਅਬਾਊਟ ਏ basic block diagram of a fiber optic link or optical communication system, it includes three major sections. First, transmitter, then material medium, optical fiber, and at the receiving end, receiver. So at transmitting and receiving end, their electronics is involved. In between there is what? There is a material medium, that is what? Fiber. Okay, which is acting as a medium for propagating the light by fulfilling the condition of TIR. Clear, 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 clear. Okay. So in that fiber optic हाँ जी link सर। at the हाँ जी point सर हाँ which the जी। electrical signal, ਅਸੀਂ ਉੱਥੇ ਕੀ ਕੀਤਾ ਸੀ, ਅਸੀਂ ਪਹਿਲਾਂ ਇਲੈਕਟ੍ਰੀਕਲ ਸਿਗਨਲ ਨੂੰ ਆਪਟੀਕਲ ਚ ਕਨਵਰਟ ਕੀਤਾ, ਔਰ ਉਹ ਡਿਵਾਈਸ ਜਿਹੜੀ ਆਪਟਿਕ ਦੀ ਡਿਵਾਈਸ ਡੂਇੰਗ ਦਿਸ ਕਨਵਰਸ਼ਨ, ਉਹਦਾ ਨਾਮ ਸੀ ਲਾਈਟ ਸੋਰਸ, ਐਂਡ ਇਨਪੁਟ ਫॉर ਦਿਸ ਸੋਰਸ ਕੀ ਸੀ, ਉਹ ਇਨਫੋਰਮੇਸ਼ਨ ਸਿਗਨਲ ਸੀ। ਅਸਲ 'ਚ ਕੀ ਆ, ਇਨਫੋਰਮੇਸ਼ਨ ਸਿਗਨਲ ਇਲੈਕਟ੍ਰੀਕਲ ਫਾਰਮ ਦੇ ਵਿੱਚ ਅਸੀਂ ਲੇਜ਼ਰ ਡਾਇਓਡ ਨੂੰ ਜਾਂ LED ਨੂੰ ਦਿੱਤਾ। ਠੀਕ ਆ, ਉੱਥੇ ਆਪਾਂ ਇੱਕ ਦੇਖਿਆ ਸੀ ਡਰਾਈਵਰ ਸਰਕਟ ਆ ਜਿਹੜਾ ਵੋਲਟੇਜ ਨੂੰ ਕਰੰਟ ਵਿੱਚ ਕਨਵਰਟ ਕਰਦਾ। ਠੀਕ ਹੈ, ਤੇ ਉਹ ਡਰਾਈਵਰ ਸਰਕਟ ਦੀ ਜਿਹੜੀ ਆਊਟਪੁੱਟ ਆ ਉਹ ਇਨਪੁੱਟ ਬਣੀ ਲੇਜ਼ਰ ਨੂੰ ਜਾਂ LED ਨੂੰ, ਤੇ ਜਿਹੜਾ ਫਿਰ LED ਕੰਡਕਟ ਕੀਤਾ। ਠੀਕ ਆ, LED ਜਾਂ ਲੇਜ਼ਰ ਨੇ ਕੰਡਕਟ ਕੀਤਾ, ਫਿਰ ਸਾਨੂੰ ਆਪਟੀਕਲ ਸਿਗਨਲ ਮਿਲਦਾ। ਸੋ ਉਹ ਕਹਿ ਤਾਂ ਦਿੱਤਾ, ਕਹਿੰਦਾ ਇਨਪੁੱਟ ਟੂ ਦਿਸ ਸੋਰਸ ਇਜ਼ ਇਨਫੋਰਮੇਸ਼ਨ ਸਿਗਨਲ ਇਨ ਦੀ ਫਾਰਮ ਆਫ ਇਲੈਕਟ੍ਰੀਕਲ ਐਂਡ ਆਊਟਪੁੱਟ ਇਜ਼ ਆਪਟੀਕਲ ਫਾਰਮ। ਸੋ ਜੋ ਡਿਜੀਟਲ ਕਮਿਊਨੀਕੇਸ਼ਨ ਜਿਹੜੀ ਇਨਪੁੱਟ ਆ ਉਹ ਸੀਕੁਐਂਸ ਆ ਔਨ ਆਫ ਦਾ ਇਲੈਕਟ੍ਰੀਕਲ ਪਲਸਸ ਵਿੱਚ, ਤੇ ਆਊਟਪੁੱਟ ਵੀ ਜਿਹੜੀ ਆਪਟੀਕਲ ਦੀ ਹੋਏਗੀ ਉਹ ਫਲੈਸ਼ਸ ਹੋਏਗੀ। ਜਿੱਥੇ ਸਿਗਨਲ ਔਨ ਹੋਏਗਾ ਉੱਥੇ ਫਲੈਸ਼ ਆ ਜਾਏਗੀ, ਜਿੱਥੇ ਆਫ ਹੋਏਗਾ ਉੱਥੇ ਡਾਰਕਨੈਸ ਆ ਜਾਏਗੀ। So thus not only an optical source but the also modulation and other supporting electrons taken together, they are called transmitter. ਕੱਲੇ LED ਜਾਂ ਲੇਜ਼ਰ ਦੇ ਨਾਲ ਆਪਟੀਕਲ ਟਰਾਂਸਮਿਟਰ ਨਹੀਂ ਬਣਦਾ, ਕਹਿੰਦਾ ਨਾਲ ਮੋਡੂਲੇਟਰ ਵੀ ਚਾਹੀਦਾ, ਜਾਨੀ ਮੋਡੂਲੇਸ਼ਨ ਵਾਸਤੇ, ਬਾਕੀ ਵੀ ਸਪੋਰਟ ਕਰਨ ਵਾਸਤੇ ਇਲੈਕਟ੍ਰੋਨਿਕਸ ਚਾਹੀਦੀ ਆ। ਠੀਕ ਹੈ, तो सारा ही ये मिल के ही एक ऑप्टिकल ट्रांसमीटर बनता। ठीक है, आर यूज टू सेंड एन ऑप्टिकल सिग्नल अलॉन्ग दी फाइबर ऑप्टिक लिंक। ठीक है, ਹੁਣ ਜਦੋਂ ਆਪਟੀਕਲ ਸਿਗਨਲ ਜਨਰੇਟ ਹੋ ਗਿਆ, ਫਿਰ ਉਹਦੀ ਲਾਈਟ ਸੋਰਸ ਦੀ, ਚਾਹੇ ਲੇਜ਼ਰ ਹੈ ਚਾਹੇ LED, ਉਹਦੀ ਕਪਲਿੰਗ ਕਰਕੇ ਉਹ ਕਪਲਿੰਗ ਤੇ ਆਪਾਂ ਕਨੈਕਟਰ ਜਾਂ ਕਨੈਕਟ ਵੀ ਕਰ ਸਕਦੇ ਹਾਂ ਆਪਾਂ। ਉਹ ਕੱਲ ਜਿਹੜੀ ਚੀਜ਼ ਮੈਂ ਪੜ੍ਹਾਈ ਆ, ਠੀਕ ਹੈ, ਉਹਨੂੰ ਕਿੱਦਾਂ ਕਨੈਕਟ ਕਰਨਾ ਔਰ ਕਿਸ ਟਾਈਪ ਦਾ ਕਨੈਕਟਰ ਹੈ। ਠੀਕ ਹੈ, ਫਿਰ ਅਸੀਂ ਉਹਨੂੰ ਫਾਈਬਰ ਦੇ ਨਾਲ ਕਿੱਦਾਂ ਕਪਲ ਕਰਕੇ ਅੱਗੇ ਲਾਈਟ ਨੂੰ ਪ੍ਰੋਪੇਗੇਟ ਕਰਨਾ। ਉਹਦਾ ਨੂਮੈਰੀਕਲ ਅਪਰਚਰ ਵੀ ਮੈਚ ਕਰਨਾ ਚਾਹੀਦਾ, ਔਰ ਉਹਦਾ ਐਕਸੈਪਟੈਂਸ ਐਂਗਲ ਤੇ ਲਾਈਟ ਦਾ ਵੀ ਜਿਹੜਾ ਜੇ LED ਆ ਜਾਂ ਲੇਜ਼ਰ ਹੈ, ਉਹਨੇ ਕਿਸ ਤਰ੍ਹਾਂ ਦਾ ਰੇਡੀਏਸ਼ਨ ਪੈਟਰਨ ਜਨਰੇਟ ਕੀਤਾ। LED ਵਿੱਚ ਲੰਬਾਰਸ਼ੀਅਨ ਹੈ ਤੇ ਜਿਹੜੀ ਲੇਜ਼ਰ ਆ ਉਹ ਕੋਹਰੈਂਟ ਹੈ, ਤੇ ਉਧਰੋਂ ਆਪਟੀਕਲ ਫਾਈਬਰ ਦਾ ਨੂਮੈਰੀਕਲ ਅਪਰਚਰ। ਸੋ ਕਈ ਪੈਰਾਮੀਟਰ ਮੈਚ ਕਰਨੇ ਚਾਹੀਦੇ, ਅਦਰਵਾਈਜ਼ ਲਾਈਟ ਦਾ ਲॉसिंग ਹੋਏਗੀ, ਮਤਲਬ ਲਾਸ ਹੋਏਗਾ। ਅਦਰਵਾਈਜ਼ ਚਾਹੇ ਅਸੀਂ ਕਪਲਿੰਗ ਕਰੀਏ, ਚਾਹੇ ਅਸੀਂ ਕਨੈਕਟਰਾਈਜੇਸ਼ਨ ਕਰੀਏ, ਚਾਹੇ ਅਸੀਂ ਸਪਲਾਈਸਿੰਗ ਕਰੀਏ, ਲਾਸ ਇਹਨਾਂ ਚੀਜ਼ਾਂ ਦੇ ਕਰਕੇ ਹੋਣਾ ਹੀ ਹੋਣਾ। ਇਹਨੂੰ ਇਨਸਰਸ਼ਨ ਲਾਸ ਵੀ ਕਹਿੰਦੇ। ਪਤਾ ਲੱਗ ਗਿਆ? ਹੈਲੋ, हाँ बच्चों, हाँ ਰਿਸਪੌਂਡ जी सर ਕਰਦੇ हाँ ਜਾਈਦਾ, जी। ਠੀਕ ਨਹੀਂ? ਹਾਂ, यस जी सर। सर। ਕਹਿੰਦਾ ਟਰਾਂਸਮਿਟਰ ਕੰਸਿਸਟ ਆਫ ਲਾਈਟ ਸੋਰਸ, ਕਪਲਿੰਗ ਆਪਟਿਕਸ। ਆ ਦੇਖ ਲਾ, ਮੈਂ ਇੱਕ ਗੱਲ ਕੀਤੀ ਹੈ ਨਾ, ਲਾਈਟ ਸੋਰਸ, ਕਪਲਿੰਗ ਆਪਟਿਕਸ, ਇਲੈਕਟ੍ਰੋਨਿਕਸ, ਇਹ ਤਿੰਨ ਚਾਰ ਚੀਜ਼ਾਂ ਟਰਾਂਸਮਿਟਰ ਦੇ ਵਿੱਚ ਹੁੰਦੀਆਂ ਨੇ।
only miniature semiconductor light source ਜਿਵੇਂ LED ਹੈ ਜਾਂ laser diode are used in fiber optic communication technology। LED ਦੇ ਜਿਹੜੇ lasers ਇਹ heart ਹੈ, soul of the transmitter ਹੈ। That is why we will concentrate on their principle of operation and key features while discussing electronics and coupling optics where necessary। ਠੀਕ ਹੈ, LED ਦੇ ਲੇਜ਼ਰ ਬਾਰੇ ਅਸੀਂ ਮੇਨ ਜ਼ਿਆਦਾ ਜ਼ੋਰ ਦੇਵਾਂਗੇ, ਬਾਕੀ ਜਿੱਥੇ ਜਿੱਥੇ ਜਿਹਦੀ ਜ਼ਰੂਰਤ ਹੋਈ, ਜਿੱਦਾਂ ਕਪਲਿੰਗ ਦੀ ਗੱਲ ਕੀਤੀ ਜਾਂ ਆਪਟੀਕਲ ਫਾਈਬਰ ਦੀ ਗੱਲ ਕੀਤੀ, ਕਨੈਕਟਰ ਦੀ ਗੱਲ ਕੀਤੀ, ਉਹ ਵੀ ਨਾਲ ਨਾਲ ਗੱਲ ਕਰਦੇ ਜਾਵਾਂਗੇ ਜਿੱਥੇ ਜ਼ਰੂਰਤ ਹੋਈ। Progress in fiber optic communication technology cannot be achieved without advances in optical fiber technology। ਬਈ ਭਾਈ ਫਾਈਬਰ ਦੇਖੋ, ਗੱਲ ਇਹ ਆ ਨਾ, ਟਰਾਂਸਮਿਟਿੰਗ ਐਂਡ ਤੇ ਜਾਂ ਰਿਸੀਵਿੰਗ ਐਂਡ ਤੇ ਇਲੈਕਟ੍ਰੋਨਿਕਸ ਦੇ ਵਿੱਚ ਜਿੰਨੀ ਮਰਜ਼ੀ ਹੋਈ ਜਾਵੇ ਇੰਪਰੂਵਮੈਂਟ, ਆਪਟੀਕਲ ਫਾਈਬਰ ਵਿੱਚ ਵੀ ਹੋਣੀ ਚਾਹੀਦੀ ਆ। ਸੋ ਦੋਨੋਂ ਐਂਡ ਤੇ ਮਤਲਬ ਸਾਈਮਲਟੇਨੀਅਸਲੀ ਤਿੰਨੋਂ ਐਂਡ ਤੇ, ਅਗਰ ਟਰਾਂਸਮਿਟਿੰਗ ਐਂਡ ਤੇ ਮੋਡੂਲੇਸ਼ਨ ਟੈਕਨੀਕਸ ਵੀ ਵਧੀਆ ਹੋਣੀ ਚਾਹੀਦੀ ਆ, ਕੋਡਿੰਗ ਵੀ ਵਧੀਆ ਹੋਣੀ ਚਾਹੀਦੀ ਆ, ਜਾਂ ਅਸੀਂ ਇਹ ਕਹੀਏ ਵੀ ਆਪਟੀਕਲ ਟੂ ਇਲੈਕਟ੍ਰੀਕਲ ਟੂ ਆਪਟੀਕਲ ਕਨਵਰਸ਼ਨ ਇੱਕਦਮ ਹੋਵੇ, ਕਨੈਕਟਰ ਘੱਟ ਲਾਸ ਇੰਟਰੋਡਿਊਸ ਕਰਨ, ਹਨਾ, ਕਪਲਿੰਗ ਡਿਵਾਈਸਿਸ ਘੱਟ ਲਾਸ ਇੰਟਰੋਡਿਊਸ ਕਰਨ, ਆਪਟੀਕਲ ਫਾਈਬਰ ਜਿਹੜਾ ਆਪਣੇ ਆਪ ਦੇ ਵਿੱਚ ਉਹ ਵੀ ਲਾਸ ਘੱਟ ਇੰਟਰੋਡਿਊਸ ਕਰੇ, ਰਿਸੀਵਿੰਗ ਐਂਡ ਤੇ ਜਿਹੜੀਆਂ ਡਿਟੈਕਸ਼ਨ ਟੈਕਨੀਕਸ ਹੈ ਉਹ ਵੀ ਵਧੀਆ ਹੋਣੀਆਂ ਚਾਹੀਦੀਆਂ, ਤਾਂ ਕਿ ਸਿਗਨਲ ਸਾਨੂੰ ਐਗਜ਼ੈਕਟ ਰੈਪਲੀਕਾ ਦੀ ਫਾਰਮ ਦੇ ਵਿੱਚ ਮਿਲੇ। ਪਤਾ ਲੱਗ ਗਿਆ? ਸੋ ਉਹਨੇ ਕਿਹਾ ਕਿ ਠੀਕ ਹੈ, ਉਹ ਅਸੀਂ 3 ਤੋਂ ਚੈਪਟਰ 6 ਦੇ ਵਿੱਚ ਪਹਿਲਾਂ ਦੇਖ ਲਿਆ, ਥੋੜਾ 4 5 6 ਜਿਹੜੇ ਚੈਪਟਰ ਡੈਪਥ ਵਿੱਚ ਹੈ, ਮੈਂ 3 ਚੈਪਟਰ ਤੱਕ ਹੀ ਜਾਂ 4 ਚੈਪਟਰ ਤੱਕ ਹੀ ਤੁਹਾਨੂੰ ਕਾਫੀ ਅੱਛਾ ਕਰਵਾਤਾ। ਬਟ ਆਪਟੀਕਲ ਫਾਈਬਰ ਇਟਸੈਲਫ ਕੈਨ ਨਾਟ ਪ੍ਰੋਵਾਈਡ ਕਮਿਊਨੀਕੇਸ਼ਨ, ਉਹਦੇ ਲਈ ਲਿੰਕ ਚਾਹੀਦਾ, ਇਹ ਲਿੰਕ ਮਸਟ ਵੀ ਕੰਪਲੀਟ। ਕੱਲਾ ਆਪਟੀਕਲ ਫਾਈਬਰ ਆਪਣੇ ਆਪ 'ਚ ਕਮਿਊਨੀਕੇਸ਼ਨ ਨਹੀਂ ਦੇਗਾ, ਇੱਕ ਲਿੰਕ ਬਣਾਉਣਾ ਪਊਗਾ ਵਿਦ ਦੀ ਟਰਾਂਸਮਿਟਰ ਐਂਡ ਰਿਸੀਵਰ। ਪਤਾ ਲੱਗ ਗਿਆ? ਸੋ ਫਾਰਚੂਨੇਟਲੀ ਪ੍ਰੋਗਰੈਸ ਇਨ ਬੋਥ ਦੀ ਲਾਈਟ ਸੋਰਸ ਐਂਡ ਫੋਟੋ ਡਿਟੈਕਟਰ, ਜਿਹੜੀ ਲਾਈਟ ਸੋਰਸ ਹੁੰਦੀ ਟਰਾਂਸਮਿਟਿੰਗ ਐਂਡ ਤੇ ਫੋਟੋ ਡਿਟੈਕਟਰ ਰਿਸੀਵਿੰਗ ਐਂਡ ਤੇ, ਹੈਜ਼ ਅਕੰਪਨੀਡ ਦੀ ਪ੍ਰੋਗਰੈਸ ਮੇਡ ਔਨ ਆਪਟੀਕਲ ਫਾਈਬਰ। ਜਿੱਦਾਂ ਜਿੱਦਾਂ ਆਪਟੀਕਲ ਫਾਈਬਰ ਦੇ ਵਿੱਚ ਵੀ ਮਤਲਬ ਤਰੱਕੀ ਹੋਈ ਆ, ਜਾਨੀ ਐਡਵਾਂਸਮੈਂਟ ਆਈ ਆ, ਇਦਾਂ ਹੀ ਲਾਈਟ ਸੋਰਸਿਸ ਤੇ ਫੋਟੋ ਡਿਟੈਕਟਰ ਵਿੱਚ ਵੀ ਨਾਲ ਨਾਲ ਹੀ ਹੋਈ ਆ। ਸੋ ਐਟ ਦੀ ਸੇਮ ਟਾਈਮ ਇਹਨੂੰ ਇੰਟੈਗ੍ਰੇਟਡ ਇਲੈਕਟ੍ਰੋਨਿਕਸ ਕਹਿੰਦਾ। ਦੇਖੋ, ਬਿਕੇਮ ਪਾਰਟ ਐਂਡ ਪਾਰਸਲ ਆਫ ਟਰਾਂਸਮਿਟਰ ਐਂਡ ਰਿਸੀਵਰ, ਓਬਵੀਅਸਲੀ, ਕਿਉਂਕਿ ਟਰਾਂਸਮਿਟਰ ਤੇ ਰਿਸੀਵਰ ਤੇ ਇਲੈਕਟ੍ਰੋਨਿਕਸ ਚਾਹੀਦਾ ਹੀ ਆ, ਚਾਹੀਦੀਆਂ। ਸੋ ਉਹਨੇ ਇੰਟੈਗ੍ਰੇਟਡ ਇਲੈਕਟ੍ਰੋਨਿਕਸ ਦੀ ਗੱਲ ਕੀਤੀ ਵੀ ਉਹ ਪਾਰਟ ਐਂਡ ਪਾਰਸਲ ਹੀ ਆਊਗਾ। However, since new demands have imposed new requirements on these components, technological developments continue to uninnovated। ਦੇਖੋ, ਇਹ 20 ਸਾਲ ਪਹਿਲਾਂ ਦੀ ਬੁੱਕ ਲਿਖੀ ਆ ਤੇ 2000 ਇਹਦੀ ਪਬਲੀਕੇਸ਼ਨ ਮੈਂ ਦੇਖਿਆ ਲਿਖੀ, ਔਰ ਉਦੋਂ ਦੇਖੋ ਇੰਨੀ ਡਿਵੈਲਪਮੈਂਟ ਦੀ ਗੱਲ ਕਰ ਦਿੱਤੀ ਸੀ, ਤੇ ਅੱਜ 20 ਇਅਰਸ ਦੇ ਵਿੱਚ ਤਾਂ ਡਿਵੈਲਪਮੈਂਟ ਬਹੁਤ ਹੋ ਗਈ ਹੋਏਗੀ। ਸੋ ਜਿੱਦਾਂ ਜਿੱਦਾਂ ਆਪਟੀਕਲ ਫਾਈਬਰ ਦੇ ਵਿੱਚ ਵੀ ਨਵੇਂ ਆਪਟੀਕਲ ਫਾਈਬਰ ਜਾਂ ਅਲੱਗ-ਅਲੱਗ ਪੈਰਾਮੀਟਰ ਦੇਖਣ ਨੂੰ ਮਿਲ ਰਹੇ ਆ, ਇੱਦਾਂ ਇਲੈਕਟ੍ਰੋਨਿਕਸ ਦੇ ਵਿੱਚ ਵੀ ਜਿਹੜੀ ਆ ਟਰਾਂਸਮਿਟਿੰਗ ਤੇ ਰਿਸੀਵਿੰਗ ਐਂਡ ਦੇ ਵਿੱਚ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਆ ਗਈਆਂ। ਵੈਸੇ ਅੱਗੇ ਤਾਂ ਦੇਖੋ, ਸਾਇੰਟਿਸਟ ਤੇ ਰਿਸਰਚਰ ਨੇ ਹੁਣ, ਇਹ 20 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਉਦੋਂ ਕਿਹਾ ਸੀ ਕਿ ਪਹਿਲਾਂ ਇਲੈਕਟ੍ਰੀਕਲ ਨੂੰ ਆਪਟੀਕਲ, ਫਿਰ ਆਪਟੀਕਲ ਨੂੰ ਇਲੈਕਟ੍ਰੀਕਲ 'ਚ ਕਨਵਰਟ ਕਰਨਾ, ਤਾਂ ਇਹ ਕਨਵਰਸ਼ਨ ਵੀ ਟਾਈਮ ਲੈਂਦੀ ਆ। ਉਹ ਕਹਿੰਦਾ ਕਿਉਂ ਨੇ ਇਸ ਤਰ੍ਹਾਂ ਦੇ ਨੈਟਵਰਕ ਬਣਾ ਦਈਏ ਕਿ ਜਿਹੜੀ ਆਲ ਆਪਟੀਕਲ ਹੋਵੇ, ਕਨਵਰਸ਼ਨ ਦੀ ਜ਼ਰੂਰਤ ਹੀ ਨਾ ਪਵੇ। ਕਲੀਅਰ ਹੋਈ ਗੱਲ? ਹੈਲੋ 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 ਬੱਚੋ, ਰਿਸਪੌਂਡ ਕਰਿਆ ਕਰੋ। ਹੈਲੋ, ਹਾਂਜੀ ਸਰ, ਹਾਂਜੀ ਹਾਂਜੀ। ਸਰ। ਹਾਂ ਠੀਕ ਨਹੀਂ? तो ਹਾਂਜੀ उन्हें ਹਾਂਜੀ सर ऑल मेरा तो ऑप्टिकल नेटवर्क ਜਿਹੜਾ ਹੈ ਉਹ ਲੇਟੈਸਟ ਟੈਕਨੋਲੋਜੀ ਦੀ ਗੱਲ ਕੀਤੀ ਆ। ਚਲੋ ਲਾਈਟ ਇਮਿਟਿੰਗ ਡਾਇਓਡਸ ਕੀ ਆ, तो ਆਪਾਂ ਜਿੱਦਾਂ ਆਰਡੀਨਰੀ ਪੀਐਨ ਡਾਇਓਡ ਦੀ ਗੱਲ ਕੀਤੀ, ਉਹ ਵੀ ਪੀਐਨ ਜੰਕਸ਼ਨ ਹੈ। ਜਦੋਂ ਪੀ ਵੱਲੋਂ ਹੋਲਸ ਅਕ੍ਰੋਸ ਦੀ ਜੰਕਸ਼ਨ ਐਨ ਵੱਲ ਨੂੰ ਡਿਫਿਊਜ਼ ਕਰਦੇ ਤੇ ਐਨ ਵੱਲੋਂ ਉਧਰ ਨੂੰ ਕਰਦੇ ਆ, ਜੰਕਸ਼ਨ ਡਿਪਲੀਸ਼ਨ ਲੇਅਰ ਬਣਦੀ ਆ। ਔਰ ਉੱਥੇ ਡਿਪਲੀਸ਼ਨ ਦਾ ਮਤਲਬ ਉੱਥੇ ਚਾਰਜ ਕੈਰੀਅਰ ਨਹੀਂ ਹੈਗੇ ਪਰ ਆਇਨਸ ਹੈਗੇ ਨੇ, ਉਹਨਾਂ ਕਰਕੇ ਉਹ ਸਟੈਟਿਕ ਨੇ, ਇਮੋਬਾਈਲ ਨੇ, ਉਹਦੇ ਕਰਕੇ ਇਲੈਕਟ੍ਰਿਕ ਫੀਲਡ ਪੈਦਾ ਹੋ ਜਾਂਦਾ ਜਿਹਨੂੰ ਅਸੀਂ ਪੋਟੈਂਸ਼ੀਅਲ ਬੈਰੀਅਰ ਕਹਿੰਦੇ ਹਾਂ। ਠੀਕ ਹੈ, रूम टैंपरेचर से तो एज इट इज रहा डिप्लीशन लेयर बन जाती, पर जो असी टैंपरेचर थोड़ा जिहा बढ़ाने ਜਾਂ एक्सटर्नल पावर सप्लाई करते हैं, फिर डिफ्यूजन फास्ट होंगी है तो करंट फ्लो करता है, एज डिवाइस कंडक्ट करती है। ठीक है, ये तो आप पढ़िया सी सैमीकंडक्टर के इतने LED की गल की करिए, 30 साल 20 साल ये पा लो तो 30 साल पहला पा लो, 50 साल तकरीबन हो गए, क्योंकि 20 साल पहला बुक लिखी है ना। 50 साल तो LED होंद विच है, कहना हैव बीन अराउंड फॉर मोर दैन 30, मैं कहना कि 50 साल तो होंद विच है। सो असी ये कह लीए भी तकरीबन 1970 ਦੇ ਵਿੱਚ 30 ਸਾਲ ਉਹ ਤੇ 20 ਸਾਲ ਇਹ, 50 ਸਾਲ ਤੋਂ ਪਹਿਲਾਂ ਦਾ LED ਬਣਿਆ ਹੋਇਆ, ਕਿਉਂਕਿ 1958 ਵਿੱਚ ਹੀ ਤਕਰੀਬਨ ਸੈਮੀਕੰਡਕਟਰ ਟਰਾਂਜ਼ਿਸਟਰ ਵਗੈਰਾ ਬਣ ਗਿਆ ਸੀ। ਉਸ ਤੋਂ ਬਾਅਦ ਇਹਦੀ ਇਨਵੈਂਸ਼ਨ ਕਾਫੀ ਆਈਸੀ ਦੀ ਤੇ ਬਾਕੀ ਡਿਵਾਈਸ ਦੀ ਫਾਸਟ ਹੋਈ। ਸੋ ਦੇ ਹੈਵ ਫਾਊਂਡ ਐਪਲੀਕੇਸ਼ਨ ਇਨ ਨੀਅਰਲੀ ਐਵਰੀ ਕੰਜ਼ਿਊਮਰ ਇਲੈਕਟ੍ਰੋਨਿਕਸ, ਜਿਵੇਂ ਟੀਵੀ ਆ, VCR ਆ, ਟੈਲੀਫੋਨ ਹੈ, ਕਾਰ ਇਲੈਕਟ੍ਰੋਨਿਕਸ ਹੈ, ਮੈਨੀ ਅਦਰ। ਸੋ ਜਿੱਦਾਂ LED ਦੀ ਗੱਲ ਕੀਤੀ ਉਹਨੇ ਐਗਜ਼ਾਮਪਲ ਦੀ ਵੀ ਕਿੱਦਾਂ ਕਿਤੇ ਯੂਜ਼ ਹੁੰਦਾ, they are used in fiber optic communication as a source, most because of their small size and long life। size छोटा, life ज़्यादा। however their low intensity एक
poor beam focus 2, low modulation bandwidth 3 and incoherent radiation 4। ਆ 4 ਨੈਗੇਟਿਵ ਪੁਆਇੰਟ ਹੈ ਕਿਹਦੇ LED ਦੇ। लो इंटेंसिटी पुअर बीम फोकस यानी डायरेक्टिविटी घट, शार्पनेस घट बीम दे विच, और लो मॉड्यूलेशन बैंडविड्थ यानी मॉड्यूलेशन बैंडविड्थ का रेट घट, ते इनकोहेरेंट रेडिएशन यानी नॉन कोहेरेंट। तो ये 4-5 चीज़ां जिहड़ियां उहदे विच आईयां LED दे विच, ਇਹਦਾ ਕੰਪੇਅਰ ਕੀਤਾ ਲੇਜ਼ਰ ਡਾਇਟ ਦੇ ਨਾਲ, ਉੱਥੇ ਇਹ ਚੀਜ਼ਾਂ ਕੰਟਰੋਲ ਕਰ ਲਈਆਂ ਲੇਜ਼ਰ ਦੇ ਵਿੱਚ। ਸੋ ਰਿਸਟ੍ਰਿਕਟ देयर यूजेस टू स्पेसिफिक सैक्टर ऑफ कम्युनिकेशन। ਇਹਨਾਂ 4-5 ਚੀਜ਼ਾਂ ਕਰਕੇ ਜਿਹੜਾ LED ਦਾ ਜਿਹੜਾ ਯੂਜ਼ ਆ ਉਹ ਰਿਸਟ੍ਰਿਕਟਡ ਹੀ ਆ, ਜਾਣੀ ਸਪੈਸੀਫਿਕ ਸੈਕਟਰ ਆਫ ਕਮਿਊਨੀਕੇਸ਼ਨ ਟੈਕਨੋਲੋਜੀ। ਰਿਲੇਟਿਵਲੀ ਸ਼ਾਰਟ ਡਿਸਟੈਂਸ ਵਿੱਚ ਕਹਿ ਰਹੀ ਅਸੀਂ, ਜਾਂ ਜਿੱਥੇ ਬੈਂਡਵਿਡਥ ਘੱਟ ਹੋਵੇ ਉਹਨਾਂ ਨੈਟਵਰਕਸ ਦੇ ਵਿੱਚ, ਜਾਂ ਲੈਨਸ ਦੀ ਗੱਲ ਕਰ ਲਈਏ, ਲੋਕਲ ਏਰੀਆ ਨੈਟਵਰਕਸ ਆਰ ਦੀ ਲਾਰਜੈਸਟ ਐਪਲੀਕੇਸ਼ਨ ਏਰੀਆ फॉर ट्रांसमिटर बेस्ड ऑन LEDs। ये कह लो लैन जो नैटवर्क्स है वो एक मेजर एप्लीकेशन है LED के बेस्ड जो ट्रांसमिटर बनते हैं। सो फाइबर ऑप्टिक लैंस इज ए बूमिंग टेक्नोलॉजी टुडे। LEDs आर इन वाइड यूज। ਉਹਦੇ ਵਿੱਚ लैन ਦੇ ਵਿੱਚ दस वी नीड टेक ए थॉरो लुक एट LEDs। ठीक है, ਹੁਣ ਆਪਾਂ ਇਹਦੀ ਗੱਲ ਕਰ ਦਾਂਗੇ ਕਿਉਂਕਿ ਜੇ लैन एक मेजर एप्लीकेशन है LED ਦੇ बेस्ड, तो फिर आप ये गल करते हैं कहता लाइट रेडिएशन बाय सैमीकंडक्टर। हुण मैं तुहानूं आ जिहड़ी थ्योरी जी मैं दसदा तुहानूं भी, कहता इहनूं किदां आपां कंपेयर करना। इत्थे उहने फिगर दित्ती, फिगर 2.8 यानी सैकंड चैप्टर दे विच जिहड़ा इसे बुक दे सैकंड चैप्टर दे विच उहने गल कीती। कहता एक कोई भी जिहड़ा जे आपां रीकॉल करिए, हर मटीरियल दे विच एटम है और हर एटम दे विच सेंटर दे विच न्यूक्लियस है और उहदे आले दुआले ऑर्बिट्स ने। ऑर्बिट्स जिहड़े आ स्टेशनरी उन्होंने इलैक्ट्रॉन जो रिवॉल्व करते हैं और उन्होंने अपनी कोई एनर्जी है, तो डिस्क्रीट एनर्जी लैवल्स हैं। ठीक नहीं, तो पर जो असी हाँ इस कहता नहीं सैमीकंडक्टर का सॉलिड स्टेट कंसिस्टिंग ऑफ टाइटली पैक्ड एटम्स इन टर्न आर बाउंड बाय इंटरएटॉमिक फोर्सेस असी इनटू a lattice structure. Each atom includes many electrons but a material's properties are determined its outermost electrons। आप जिदा सिलिकॉन की गल की 14 एटॉमिक नंबर से, जर्मेनियम की गल की 32 एटॉमिक नंबर से। जो आप इलैक्ट्रॉनिक कॉन्फिगरेशन की गल की 2 8 4 2 ते 8 10 ते 4 ਜਿਹੜੇ 4 ਆਊਟਰ ਮੋਸਟ ਸੀ ਉਹੀ ਅੱਗੇ ਜ਼ਿੰਮੇਵਾਰ ਆ ਅੱਗੇ ਕੰਡਕਸ਼ਨ ਵਾਸਤੇ, ਕਿਉਂਕਿ ਆਊਟਰ ਮੋਸਟ ਵਿੱਚ ਸੀ। ਇਦਾਂ ਜਰਮੇਨੀਅਮ ਦੇ ਵਿੱਚ 2 8 18 ਤੇ 4 ਪਤਾ ਲੱਗ ਗਿਆ ਨਾ, ਤੇ ਉੱਥੇ 4 ਆਪਣੇ ਬਣਦੇ ਸੀ ਤੇ ਇੱਥੇ 3 ਬਣੇ ਆ। ਠੀਕ ਹੈ, 2 8 ਤੇ 4 ਉੱਥੇ 2 8 18 ਤੇ 4 32 ਉਹਦੇ ਵਿੱਚ ਉਹਨਾਂ ਦੀ ਗੱਲ ਕੀਤੀ। ਕਹਿੰਦੇ ਜਿਹੜੇ ਆਊਟਰ ਮੋਸਟ ਆਰਬਿਟ ਦੇ ਵਿੱਚ ਇਲੈਕਟ੍ਰੋਨਸ ਨੇ ਉਹੀ ਕੰਡਕਸ਼ਨ ਵਾਸਤੇ ਜ਼ਿੰਮੇਵਾਰ ਨੇ, ਬਟ ਮਟੀਰੀਅਲਸ ਪ੍ਰੋਪਰਟੀ ਆਰ ਡਿਟਰਮਾਈਨਡ ਬਾਈ ਦੀ ਆਊਟਰ ਮੋਸਟ ਇਲੈਕਟ੍ਰੋਨ। ਦੇਖਿਆ ਨਾ, ਕਹਿ ਰਿਹਾ ਨਾ। ਸੋ ਇੰਪੋਰਟੈਂਟ ਫੈਕਟਰ ਦੈਟ ਇਨ ਸੈਮੀਕੰਡਕਟਰ ਐਂਡ ਸੋਲਿਡਸ ਇਨ ਜਨਰਲ ਪੋਸੀਬਲ એનર્ਜੀ ਲੈਵਲਸ ਆਰ ਸਟਿਲ ਇਨ ਡਿਸਕ੍ਰੀਟ ਕੀ ਜਿੱਦਾਂ ਹੁਣ ਦੇਖਿਆ ਆਪਾਂ ਤਾਂ ਇਹਨੇ ਜਨਰਲ ਪੜ੍ਹਦੇ ਆ ਕਿ ਸਾਡੇ ਅਸੀਂ ਨੀਚੇ ਵੇਲੈਂਸ ਬੈਂਡ ਦੇਖਦੇ ਹਾਂ, ਉੱਪਰ ਕੰਡਕਸ਼ਨ ਬੈਂਡ ਦੇਖਦੇ ਆ। ਇਨ ਬਿਟਵੀਨ ਕੀ ਆ, એનર્ਜੀ ਗੈਪ ਆ। ਮਤਲਬ ਜਾਂ ਵੇਲੈਂਸ ਬੈਂਡ ਦੇ ਵਿੱਚ ਚਾਰਜ ਕੈਰੀਅਰ ਹੋਣਗੇ ਜਾਂ कंडक्शन बैंड च होंगे, इन बिटवीन कुछ नहीं होएगा, वो गैप आ। फिर आप की करते हैं जो ग्राउंड स्टेट के एटम ग्राउंड स्टेट का या नॉर्मल स्टेट के इलैक्ट्रॉन जो ग्राउंड स्टेट च रहिंदे आ, पर जो एक्सटर्नल एनर्जी इन द फॉर्म ऑफ टैंपरेचर या हीट या बाहरों एक्सटर्नल इलैक्ट्रिक पावर सप्लाई दी तो ग्राउंड स्टेट वाले इलैक्ट्रॉन जो वेलेंस बैंड वाले वो उपर नूं जंप करनगे एनर्जी गैप नूं ओवरकम करके, फिर कंडक्शन बैंड च जाणगे, उत्ते फ्री होणगे ते वो फ्री इलैक्ट्रॉन्स आर रिस्पोंसिबल फॉर कंडक्शन। ठीक है, ये तो सी अपनी ओदी गल। हेलो स्टूडेंट सुन रहे हैं भाई? हेलो हाँ जी सर। हाँ हाँ जी सर। ठीक ने, तो उत्थे असी ਉਹ ਕਹਿੰਦਾ ਤੁਹਾਨੂੰ ਜਿਹੜਾ ਵੇਲੈਂਸ ਬੈਂਡ ਤੇ ਕੰਡਕਸ਼ਨ ਬੈਂਡ ਹੈ ਉਹਦੇ ਵਿੱਚ ਤੁਹਾਨੂੰ એનર્ਜੀ ਗੈਪ ਤਾਂ ਨਜ਼ਰ ਆਉਂਦਾ। ਠੀਕ ਹੈ, ਪਰ ਅਸੀਂ ਜਦੋਂ ਕੰਡਕਸ਼ਨ ਬੈਂਡ ਦੀ ਗੱਲ ਕਰਦੇ ਆ ਜਾਂ ਇਹਨਾਂ ਦੋਨਾਂ ਦੇ ਬੈਂਡਾਂ ਦੇ ਵਿੱਚ ਕਰਦੇ ਸਾਨੂੰ ਬਹੁਤ ਸਾਰੇ એનર્ਜੀ ਲੈਵਲ ਨਜ਼ਰ ਆਉਣਗੇ। ਜੇ ਤੁਸੀਂ ਮੈਗਨੀਫਾਇਰ ਲਗਾ ਕੇ ਦੇਖੋਗੇ ਨਾ, ਇਦਾਂ ਲੱਗਦਾ ਕਿ ਬਹੁਤ ਸਾਰੀਆਂ ਬਰੀਕ ਬਰੀਕ ਹੌਰੀਜ਼ੌਂਟਲ ਲਾਈਨਸ ਨੇ। मतलब जिदा मैं कहा भाई ऊपर E10 है, फिर E9 है, एनर्जी लेवल E10 है, E9 है, फिर E8 है, E7 है, E6 है, 5 एंड सो ऑन। ठीक है ना, तो हर एनर्जी लेवल चाहे जे 10 तो 9 आया वो ਇਹਦਾ मान लो फॉल किया, 9 तो 8 ਤੇ आया ਜਾਂ 10 ਤੋਂ 4 ਤੇ आया वो फॉल किया। ਜਦੋਂ ਵੀ ਉਹਨੇ ਫॉल करना ਆਰਡੀਨਰੀ ਸੈਮੀਕੰਡਕਟਰ ਜਿਹੜਾ ਡਾਇਓਡ ਦੀ ਗੱਲ ਕਰਦੇ ਆ ਉੱਥੇ ਜਿਹੜੀ એનર્ਜੀ ਰੇਡੀਏਟ ਹੋਣੀ ਉਹ ਇਨ ਦੀ ਫਾਰਮ ਆਫ ਹੀਟ ਹੋਣੀ ਆ। ਪਰ ਜਿਹੜੇ ਇੰਡੀਅਮ ਗੈਲੀਅਮ ਆਰਸੇਨਾਈਡ ਜਾਂ ਗੈਲੀਅਮ ਆਰਸੇਨਾਈਡ ਤੋਂ ਬਣੇ ਸਪੈਸ਼ਲ ਸੈਮੀਕੰਡਕਟਰ LEDs ਹੈ ਜਾਂ ਲੇਜ਼ਰਸ ਨੇ, ਇੱਥੇ ਜਿਹੜੀ ਲਾਈਟ ਹੈ ਉਹ ਲਾਈਟ ਐਮਿਟ ਹੋਣੀ ਹੁੰਦੀ, ਮਤਲਬ ਜਿਹੜੀ ਉਹ ਰੇਡੀਏਟ ਹੋਇਆ ਨਾ એનર્ਜੀ ਉਹ ਇਨ ਦੀ ਫਾਰਮ ਆਫ ਲਾਈਟ ਹੋਣੀ ਹੈ। ਪਤਾ ਲੱਗ ਗਿਆ, ਸਮਝ ਆ ਗਈ?
Hello. हाँ जी सर। हाँ जी सर। So हाँ जी सर। semiconductor यस सर। we distinguish two energy bands. Valence lower meaning less energy, and the conduction means upper. They are separated by energy gap. ये मैं पहला गल कर दी. So there is ठीक नहीं no energy level यानी वो energy gap ਦੇ ਵਿੱਚ ਕੋਈ sorry where no energy levels मान लो उस गैप ਦੇ ਵਿੱਚ ਕੋਈ એનર્ਜੀ ਲੈਵਲ ਨਹੀਂ ਜਾਣੀ ਨਾ ਕੋਈ ਉੱਤੇ ਚਾਰਜ ਕਰੀ ਜਾਣੇ ਨਾ ਇਲੈਕਟ੍ਰੋਨਸ ਨਾ ਹੋਲਸ ਉਹ ਅਲਾਉਡ ਨਹੀਂ ਆ in other words electrons can be either in valence band or in conduction band but cannot be in between ठीक है ये तो मैं पहले दसता पता लग गया an energy band consists of allowed or possible energy levels એનર્ਜੀ ਬੈਂਡ ਜਿਹੜਾ ਆ ਉਹ ਜਾਂ ਅਲਾਉਡ ਜਾਂ ਪੋਸੀਬਲ એનર્ਜੀ ਲੈਵਲਸ ਨੂੰ ਹੀ ਪੋਸੀਬਲ ਜਾਂ એનર્ਜੀ ਲੈਵਲਸ ਨੂੰ ਹੀ ਅਲਾਉ ਕਰਦਾ which means electrons may occupy them ਪਤਾ ਲੱਗ ਗਿਆ when the absolute temperature 0 ਇਹ ਆਪਾਂ ਗੱਲ ਕਰਦੀ ਵਿੱਚ ਟੈਂਪਰੇਚਰ 0 ਆ ਫੇ ਕੋਈ ਐਕਸਟਰਨਲ ਫੀਲਡ ਅਸੀਂ ਅਪਲਾਈ ਨਹੀਂ ਕੀਤਾ ਤੇ ਇਲੈਕਟ੍ਰੋਨ ਜਿਹੜੇ ਆ ਉਹ ਵੈਲੈਂਸ ਬੈਂਡ 'ਚ ਹੀ ਕਨਸੈਂਟਰੇਟ ਰਹਿਣਗੇ ਔਰ ਕੋਈ ਵੀ ਇਲੈਕਟ੍ਰੋਨ ਕੰਡਕਸ਼ਨ ਬੈਂਡ 'ਚ ਨਹੀਂ ਜਾਏਗਾ ਇਸ ਕਰਕੇ ਇਲੈਕਟ੍ਰੋਨ there is because none of the electron possesses enough extra energy to jump over ਕਿਉਂਕਿ ਉਹਨੇ ਐਬਸੋਲੂਟ ਜ਼ੀਰੋ ਟੈਂਪਰੇਚਰ ਤੇ ਉਹਨਾਂ ਨੂੰ એનર્ਜੀ ਐਕਸਟਰਾ ਮਿਲੀ ਨਹੀਂ ਉਹਨੇ ਜੰਪ ਨਹੀਂ ਕੀਤਾ ਪਰ ਜਿੱਦਾਂ ਹੀ ਸਮ ਐਕਸਟਰਨਲ એનર્ਜੀ ਅਸੀਂ ਅਪਲਾਈ ਕਰਦੇ ਜਾਂ ਟੈਂਪਰੇਚਰ ਜਾਂ ਐਕਸਟਰਨਲ ਫੀਲਡ ਨਾਲ ਫਿਰ ਉਹ ਇਲੈਕਟ੍ਰੋਨ ਜਿਹੜੇ ਆ ਜੰਪ ਮਾਰਨਗੇ ਵੈਲੈਂਸ ਬੈਂਡ ਤੋਂ ਉੱਪਰ ਚੜ ਜਾਣਗੇ ਔਰ ਉਹਨੇ ਇਨਫ એનર્ਜੀ ਐਕਵਾਇਰ ਕਰਕੇ ਉਹਨੇ ਲੀਪ ਓਵਰ ਕਰ ਜਾਣਾ ਠੀਕ ਹੈ એનર્ਜੀ ਗੈਪ ਨੂੰ ਤੇ ਐਂਡ ਆਕੂਪਾਈ એનર્ਜੀ ਲੈਵਲ ਇਨ ਦੀ ਕੰਡਕਸ਼ਨ ਬੈਂਡ ਵੀ ਸੇ these electrons ਹੁਣ ਉਹ ਜਦੋਂ ਕੰਡਕਸ਼ਨ ਬੈਂਡ ਚੱਲ ਗਿਆ ਉੱਥੇ ਅਸੀਂ ਕਹਿੰਦੇ ਉਹ ਐਕਸਾਈਟਡ ਆ ਪਤਾ ਲੱਗ ਗਿਆ ਜਦੋਂ ਉੱਪਰ ਚਲ ਗਿਆ ਕਿਉਂਕਿ ਉਹਨਾਂ ਨੂੰ એનર્ਜੀ ਮਿਲੀ ਉਹ ਉੱਪਰ ਚਲ ਗਿਆ ਉਹ ਐਕਸਾਈਟਡ ਹੋ ਗਿਆ ਸੋ ਥੀਸ ਐਕਸਾਈਟਡ ਇਲੈਕਟ੍ਰੋਨਸ ਥੱਲੇ ਪਿੱਛੇ ਕੀ ਛੱਡ ਗਏ ਹੋਲਸ ਇਹਨੂੰ ਪੋਜ਼ਿਟਿਵ ਚਾਰਜ ਕਰਿਆ ਕਹਿੰਦੇ ਆ ਐਟ ਦੀ ਵੈਲੈਂਸ ਬੈਂਡ ਇਹ ਆਪਾਂ ਪਹਿਲਾਂ ਵੀ ਕੀਤਾ ਤੇ ਕਹਿੰਦਾ 9.1 ਫਿਗਰ ਦੇ ਵਿੱਚ ਮੈਂ ਸ਼ੋ ਕਰਦਾ ਤੁਹਾਨੂੰ ਦਿਖਾ ਦੂੰ ਦੂਜੇ ਪੇਜ ਆ ਦੇਖੋ ਠੀਕ ਹੈ ਆ ਦੇਖੋ એનર્ਜੀ ਬੈਂਡਸ ਆਫ ਐਨ ਇੰਟ੍ਰਿੰਸਿਕ ਸੈਮੀਕੰਡਕਟਰ ਜਨਰਲ ਕੰਸੀਡਰੇਸ਼ਨ ਆ ਦਿਖਾਈ ਆ ਥੱਲੇ ਵੈਲੈਂਸ ਬੈਂਡ ਉੱਪਰ ਕੰਡਕਸ਼ਨ ਬੈਂਡ ਦੇ ਵਿੱਚ ਗੈਪ ਆ ਮਿਰਰ ਜਿਹਾ ਯੂਜ਼ ਕੀਤਾ ਉਹਨੇ ਮਿਰਰ ਮੈਗਨੀਫਾਇਰ ਜਿਹਾ ਲਗਾਇਆ ਉਹਨੇ ਦੇਖਿਆ ਵੀ ਆ ਦੇਖੇ ਇਹਦੇ ਵਿੱਚ ਤਾਂ ਬਹੁਤ ਸਾਰੇ ਬਰੀਕ ਬਰੀਕ એનર્ਜੀ ਲੈਵਲਸ ਨੇ ਇੱਥੇ ਵੀ ਬਹੁਤ ਸਾਰੇ ਨੇ ਇਹਦੇ ਵਿਚਕਾਰ ਕੋਈ ਨਹੀਂ ਸਮਝ ਆ ਗਈ ਹੈਲੋ એનર્ਜੀ ਗੈਪ ਦੇ ਵਿੱਚ ਕੋਈ એનર્ਜੀ ਲੈਵਲ ਨਹੀਂ ਆ ਹਾਂਜੀ ਸਰ ਤਾਂ ਉਹ ਕੰਡਕਸ਼ਨ ਬੈਂਡ 'ਚ ਨੇ ਤੇ ਜਾਂ ਵੈਲੈਂਸ ਬੈਂਡ 'ਚ ਨੇ ਹੁਣ ਜਦੋਂ ਕੋਈ ਐਕਸਟਰਨਲ એનર્ਜੀ ਮਿਲੀ ਮੰਨ ਲਓ ਇੱਥੋਂ ਇਲੈਕਟ੍ਰੋਨ ਜੰਪ ਕੀਤੇ ਆ એનર્ਜੀ ਗੈਪ ਨੂੰ ਓਵਰਕਮ ਕਰਕੇ ਠੀਕ ਹੈ ਈਜੀ ਜਿਹੜੀ ਆ ਤੇ ਉਹ ਫਿਰ ਉੱਪਰ ਚਲ ਗਿਆ ਥੱਲੇ ਪਿੱਛੇ ਕੀ ਛੱਡ ਗਿਆ ਹੋਲ ਇਹੀ ਗੱਲ ਉਹਨੇ ਕੀਤੀ ਆ ਪਤਾ ਲੱਗਿਆ ਇਹੀ ਗੱਲ ਉਹਨੇ 9.1 ਫਿਗਰ ਦੇ ਵਿੱਚ ਕੀਤੀ ਆ ਸਮਝ ਆ ਗਈ ਹੈਲੋ हाँ जी सर। ਹਾਂ हाँ जी ਇਹ सर। ਜਨਰਲ ਜੀ ਗੱਲ ਹੈ ਨਾ हाँ जी सर। ਤੇ ਠੀਕ ਹੈ ਹੁਣ ਉਹਨੇ ਕਹਿੰਦਾ ਲਾਈਟ ਰੇਡੀਏਸ਼ਨ ਵਾਸਤੇ ਆਪਾਂ ਚੈਪਟਰ 2 ਦੇ ਵਿੱਚ ਪਹਿਲਾਂ ਵੀ ਗੱਲ ਕੀਤੀ ਮੈਂ ਇਹਨੂੰ ਦੁਬਾਰਾ ਫੇਰ ਦੱਸ ਦੂੰਗਾ ਚੈਪਟਰ 2 ਵਾਸਤੇ 2-4 ਪੇਜ ਆ ਉਹਦੇ ਜਿਹੜੇ ਮੈਂ ਦੁਬਾਰਾ ਉੱਤੇ ਇੱਕ ਵਾਰੀ ਦੁਬਾਰਾ ਲੈਕਚਰ ਦੇ ਦੂੰਗਾ ਕਿੱਦਾਂ ਲਾਈਟ ਜਿਹੜੀ ਆ ਰੇਡੀਏਟ ਹੁੰਦੀ ਆ ਉਹ ਕਹਿੰਦਾ ਉਹਨੂੰ ਆਪਾਂ ਰੀਕਾਲ ਕਰਦੇ ਆ when an excited electron falls from upper energy level to lower ਹੁਣ ਦੇਖ ਨਾ ਉੱਪਰ ਗਿਆ ਉੱਪਰ ਤੋਂ ਜਦੋਂ ਉਹਨੇ ਥੱਲੇ ਗਿਰਨਾ ਤਾਂ ਇਟ ਰਿਲੀਜ਼ਸ ਅ ਕੁਆਂਟਮ ਆਫ એનર્ਜੀ ਉਸ એનર્ਜੀ ਨੂੰ ਕਹਿੰਦੇ ਫੋਟੋਨ ਸਮਝ ਆ ਗਈ ਇਹ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਔਰ ਉਹ ਜਿਹੜਾ ਰਿਲੇਸ਼ਨਸ਼ਿਪ ਹੈ ਮਤਲਬ ਜਿੱਦਾਂ ਡੈਲਟਾ E1 ਇਦਾਂ ਕਹਿ ਲਈਏ ਜਾਂ I ਜਾਂ ਇਹਨੂੰ એનર્ਜੀ ਗੈਪ ਜਿਹੜਾ ਦੋਨਾਂ ਦਾ ਡਿਫਰੈਂਸ ਹੈ ਉਹਨੂੰ ਡੈਲਟਾ E ਨਾਲ ਰਿਪਰੈਜ਼ੈਂਟ ਕਰਦਾ ਜਿਹੜੀ ਫੋਟੋਨ ਦੀ એનર્ਜੀ ਆ ਉਹਨੂੰ EP ਨਾਲ ਕਰਦਾ ਔਰ ਜਿਹੜੀ ਲੈਮਡਾ ਆਪਰੇਟਿੰਗ ਵੇਵਲੈਂਥ ਹੈ ਨਾ ਮਤਲਬ ਜਦੋਂ ਉੱਪਰਲੇ એનર્ਜੀ ਲੈਵਲ ਤੋਂ ਥੱਲੇ ਵਾਲੇ એનર્ਜੀ ਲੈਵਲ ਤੇ ਜਿਹੜਾ ਇਲੈਕਟ੍ਰੋਨ ਫਾਲ ਕੀਤਾ ਤੇ ਉਸ ਵੇਲੇ ਲਾਈਟ ਨੇ ਰੇਡੀਏਟ ਕਰਨਾ ਔਰ ਲਾਈਟ ਜਿਹੜੀ ਆ ਉਹਦੀ ਆਪਣੀ ਵੇਵਲੈਂਥ ਹੁੰਦੀ ਹੈ ਤੇ ਵੇਵਲੈਂਥ ਤੋਂ ਅਸੀਂ ਫ੍ਰੀਕੁਐਂਸੀ ਵੀ ਕੱਢ ਸਕਦੇ ਹਾਂ ਠੀਕ ਨਹੀਂ तो ਜਿਹੜੀ ਆ ਦੇਖ ਦੋਨੋਂ ਡੈਲਟਾ E ਦਾ ਮਤਲਬ ਦੋਨੋਂ એનર્ਜੀ ਲੈਵਲ ਦੇ ਵਿੱਚ ਡਿਫਰੈਂਸ ਉਹ ਜਿਹੜੀ ਦੋਨੋਂ ਡਿਫਰੈਂਸ ਆ ਉਹੀ ਫੋਟੋਨ ਦੀ એનર્ਜੀ ਆ ਔਰ ਇਹ એનર્ਜੀ HF ਦੇ ਬਰਾਬਰ ਆ ਇੱਥੇ H ਪਲੈਂਕਸ ਕਾਂਸਟੈਂਟ ਆ ਤੇ F ਕੀ ਆ C/λ ਪਤਾ ਲੱਗ ਗਿਆ ਇਹ ਤਾਂ ਪਤਾ ਹੀ ਆ ਨਾ ਤੁਹਾਨੂੰ ਸੋ ਇਹ HC/λ ਹੈ ਜਿੱਥੇ ਡੈਲਟਾ E ਜਿਹੜਾ ਆ ਉਹ ਡਿਫਰੈਂਸ ਬਿਟਵੀਨ ਟੂ એનર્ਜੀ ਲੈਵਲ ਹੈ ਔਰ EP ਫੋਟੋਨ ਦੀ એનર્ਜੀ ਹੈ ਤੇ ਲੈਮਡਾ ਜਿਹੜੀ ਆ ਉਹ ਆਪਰੇਟਿੰਗ ਵੇਵਲੈਂਥ ਹੈ ਮਤਲਬ ਕਿਸ ਵੇਵਲੈਂਥ ਤੇ ਉਹ ਲਾਈਟ ਜਿਹੜੀ ਜਨਰੇਟ ਹੋਈ ਉਹਦੀ ਗੱਲ ਕੀਤੀ ਹੈ ਇਹੀ ਆਈਡੀਆ ਕਹਿੰਦਾ ਹੋਲਡ ਕਰਦਾ ਸੈਮੀਕੰਡਕਟਰ ਵਾਸਤੇ if excited electrons fall from a conduction band to the valence band it releases photon whose energy EP is equal to the greater than the energy gap obviously ਇਹੀ ਇਲੈਕਟ੍ਰੋਨ ਇਹੀ ਜਿਹੜਾ ਫੰਡਾ ਆ ਉਹ ਸੈਮੀਕੰਡਕਟਰ ਵਾਸਤੇ ਵੀ ਸੇਮ ਟਰੂ ਆ ਕਹਿੰਦਾ ਵੀ ਜਿਹੜਾ ਐਕਸਾਈਟਡ ਇਲੈਕਟ੍ਰੋਨ ਜਦੋਂ ਕੰਡਕਸ਼ਨ ਬੈਂਡ ਤੋਂ ਵੈਲੈਂਸ ਬੈਂਡ ਤੇ ਫਾਲ ਕਰਦਾ ਉਹਨੇ એનર્ਜੀ ਰਿਲੀਜ਼ ਕਰਨੀ ਆ ਔਰ એનર્ਜੀ ਜਿਹੜੇ ਡਿਫਰੈਂਸ ਕਰਕੇ ਔਰ ਇਟ ਰਿਲੀਜ਼ਸ ਅ ਫੋਟੋਨ ਮਤਲਬ ਕਿਉਂਕਿ ਜਿਹੜੀ એનર્ਜੀ ਰਿਲੀਜ਼ ਕੀਤੀ ਇਹਦੀ ਫਾਰਮ ਆਫ ਲਾਈਟ ਹੈ
ਉਹਨੂੰ ਹੀ ਅਸੀਂ ਕੁਆਂਟਮ ਕਹਿੰਦੇ ਆ ਜਾਂ ਅਸੀਂ ਉਹਨੂੰ ਫੋਟੋਨ ਕਹਿੰਦੇ ਆ। ਔਰ ਫੋਟੋਨ ਦੀ ਜਿਹੜੀ એનર્ਜੀ ਆ ਉਹ એનર્ਜੀ ਗੈਪ ਨਾਲੋਂ ਜ਼ਿਆਦਾ ਹੋਣੀ ਚਾਹੀਦੀ, ਇਕੁਅਲ ਟੂ ਜਾਂ ਗ੍ਰੇਟਰ ਦੈਨ એનર્ਜੀ ਗੈਪ। since not just one many energy levels at the ਕਹਿੰਦਾ ਇੱਕ ਥੋੜੀ ਆ, ਬਹੁਤ ਸਾਰੇ ਕੰਡਕਸ਼ਨ ਬੈਂਡ ਆ, ਜਿਹਦਾ ਮਿਰਰ ਨਾਲ ਦਿਖਾ ਲਿਆ ਤੁਹਾਨੂੰ ਮੈਗਨੀਫਾਇਰ ਨਾਲ, ਸੌਰੀ ਬਹੁਤ ਸਾਰੇ એનર્ਜੀ ਲੈਵਲ ਹੈ ਇੱਕ ਕੰਡਕਸ਼ਨ ਬੈਂਡ 'ਚ। ਇਦਾਂ ਹੀ ਵੈਲੈਂਸ ਬੈਂਡ ਵਿੱਚ ਵੀ ਬਹੁਤ ਸਾਰੇ ਨੇ, ਉਹ ਸਾਰੇ ਹੀ ਪਾਰਟਿਸਿਪੇਟ ਕਰਦੇ ਨੇ ਰੇਡੀਏਸ਼ਨ ਪ੍ਰੋਸੈਸ ਵਿੱਚ। ਪਤਾ ਲੱਗ ਗਿਆ ਨਾ ਮੇਰੀ ਗੱਲ ਪੱਲੇ ਪਈ? ਕੰਡਕਸ਼ਨ ਬੈਂਡ ਦੇ ਵਿੱਚ ਵੀ ਬਹੁਤ ਸਾਰੇ એનર્ਜੀ ਲੈਵਲਸ ਨੇ ਤੇ ਵੈਲੈਂਸ ਬੈਂਡ ਵਿੱਚ ਵੀ ਬਹੁਤ। ਜਿਹੜੇ ਵੀ એનર્ਜੀ ਲੈਵਲ ਤੋਂ ਇਲੈਕਟ੍ਰੋਨ ਥੱਲੇ ਫਾਲ ਕੀਤਾ ਵੈਲੈਂਸ ਬੈਂਡ ਤੇ, ਉਹਨੇ ਆਪਣੀ એનર્ਜੀ ਉਹਨੇ ਰਿਲੀਜ਼ ਕਰਨੀ ਇਨ ਦੀ ਫਾਰਮ ਆਫ ਲਾਈਟ, ਯਾਨੀ ਫੋਟੋਨ ਦੇ ਫਾਰਮ ਦੇ ਵਿੱਚ। ਸੋ ਇਸ ਤਰੀਕੇ ਨਾਲ ਇਹ ਸਾਰੀ ਰੇਡੀਏਸ਼ਨ ਜਿਹੜੀ ਪ੍ਰੋਸੈਸ ਆ ਉਹਦੇ ਵਿੱਚ ਕੰਡਕਸ਼ਨ ਬੈਂਡ ਦੇ એનર્ਜੀ ਲੈਵਲ ਤੇ ਵੈਲੈਂਸ ਬੈਂਡ ਦੇ એનર્ਜੀ ਲੈਵਲ ਉਹ ਸਾਰੇ ਪਾਰਟਿਸਿਪੇਟ ਕਰਦੇ ਨੇ। ਤੇ ਇਦਾਂ ਕਈ ਸਾਰੀਆਂ ਸਾਨੂੰ ਵੇਵਲੈਂਥ ਲਾਗੇ ਮਿਲ ਜਾਂਦੀਆਂ। ਹੁਣ ਦੇਖ ਨਾ, ਇੱਕ E3 ਤੋਂ E2 ਤੇ ਆਇਆ ਮੰਨ ਲੈ, ਇੱਕ E10 ਤੋਂ E8 ਤੇ ਆਇਆ, ਉਹ ਵੀ ਇੱਕ ਵੇਵਲੈਂਥ ਲੱਗ ਹੋ ਜਾਏਗੀ। ਸੋ ਇਦਾਂ ਬਹੁਤ ਸਾਰੀਆਂ ਵੇਵਲੈਂਥ ਆ ਜਾਣਗੀਆਂ। ਮੇਰੀ ਗੱਲ ਪੱਲੇ ਪਈ? ਹੈਲੋ, ਸਮਝ ਆ ਗਈ? ਸੋ ਮੈਂ ਕਲੋਜ਼ ਵੇਵਲੈਂਥ ਉਹਨੂੰ ਡੈਲਟਾ ਆਈ ਨਾ ਕਹਿੰਦਾ। ਆਈ ਮੀਨਸ ਰਿਪਰੈਜ਼ੈਂਟੇਟਿਵ ਵੀ ਕਿੰਨੇ ਕ એનર્ਜੀ ਲੈਵਲਸ ਨੇ, ਉਹ 1 ਤੋਂ ਲੈ ਕੇ 10 ਤੱਕ ਵੇਰੀ ਕਰ ਰਿਹਾ ਜਾਂ 1 ਤੋਂ ਲੈ ਕੇ 100 ਤੱਕ ਵੇਰੀ ਕਰ ਰਹੇ ਨੇ, ਕਿੰਨੇ ਆ ਉਹ ਸਾਰਿਆਂ ਨੇ ਰੇਡੀਏਟ ਹੋਣਾ, ਕੈਨ ਵੀ। ਸੋ ਦਿਸ ਇਜ਼ ਵਾਈ ਵੀ ਸੈਡ ਦੈਟ ਵੀ ਫੋਟੋਨ ਦੀ ਜਿਹੜੀ એનર્ਜੀ ਆ ਉਹ એનર્ਜੀ ਗੈਪ ਨਾਲੋਂ ਇੱਕ ਗ੍ਰੇਟਰ ਦੈਨ ਇਕੁਅਲ ਟੂ ਆ। ਮੇਰੀ ਗੱਲ ਪੱਲੇ ਪਈ? ਵਿਚ ਇਜ਼ ਅਨਦਰ। ਹੁਣ ਇੱਥੋਂ ਆਪਾਂ ਜਿੱਦਾਂ ਆਪਾਂ ਲੈਮਡਾ ਕੱਢਿਆ ਸੀ, ਆ ਦੇਖ ਇੱਥੋਂ ਕੱਢ ਲਓ, EP ਇਜ਼ ਇਕੁਅਲ ਟੂ HF, EP ਇਜ਼ ਇਕੁਅਲ ਟੂ HF ਇਜ਼ F ਹੈਗਾ HC ਬਟਾ ਲੈਮਡਾ। ਜੇ ਲੈਮਡਾ ਉਧਰ ਲੈ ਜਾ ਮੈਂ, EP ਜਿਹੜੀ ਨੀਚੇ ਆ ਗਈ HC ਬਟਾ EP ਇੱਥੇ ਗ੍ਰੇਟਰ ਦੈਨ ਇਕੁਅਲ ਟੂ EG ਵੀ ਆ, ਠੀਕ ਹੈ। EP ਫੋਟੋਨ ਦੇ ਉਹ ਗ੍ਰੇਟਰ ਦੈਨ, ਤੇ ਜਦੋਂ ਇੱਥੇ ਲੈਮਡਾ ਦੀ ਵੈਲਿਊ ਪੁੱਟ ਕਰਨੀ ਵੀ ਜਿਹੜਾ ਆ ਦੇਖੋ ਉਹਨੇ I ਦੀ ਗੱਲ ਕਰਤੀ, ਕਹਿੰਦਾ ਜਿੰਨੀਆਂ ਵੇਵਲੈਂਥ ਆ, I ਮੀਨਸ ਕਿੰਨੇ ਵੀ ਕਿਹੜੇ ਵੀ ਕੰਡਕਸ਼ਨ ਬੈਂਡ ਦਾ ਜਿਹੜਾ ਵੀ એનર્ਜੀ ਲੈਵਲ ਤੋਂ ਥੱਲੇ ਵੈਲੈਂਸ ਬੈਂਡ ਦੇ એનર્ਜੀ ਲੈਵਲ ਤੱਕ ਜਿਹੜਾ ਵੀ ਇਲੈਕਟ੍ਰੋਨ ਫਾਲ ਕੀਤਾ ਉਹਨੇ એનર્ਜੀ ਰੇਡੀਏਟ ਕਰਨੀ ਆ। ਹਰ ਇੱਕ ਜਦੋਂ ਰੇਡੀਏਟ ਆ ਉਹ ਇਹਦੀ ਫਾਰਮ ਆਫ ਲਾਈਟ ਆ, ਉਹਦੀ ਵੇਵਲੈਂਥ ਹੋਣੀ ਆ। ਔਰ ਉਹ ਵੇਵਲੈਂਥ ਜਿਹੜੀ ਆ ਜਿੰਨੀਆਂ ਵੀ ਆ ਉਹ ਐਸ ਐਕਸਪ੍ਰੈਸ਼ਨ ਦੇ ਨਾਲ ਆਪਾਂ ਇਹਨੂੰ ਕੈਲਕੂਲੇਟ ਕਰਨਾ। ਆ ਦੇਖੋ ਉਹ ਕੱਢਿਆ ਇੱਥੋਂ ਹੀ ਆ। ਡੈਲਟਾ ਕੀ ਆ? ਦੋ એનર્ਜੀ ਲੈਵਲ 'ਚ ਡਿਫਰੈਂਸ, ਔਰ ਉਹ ਡਿਫਰੈਂਸ ਫੋਟੋਨ એનર્ਜੀ ਹੈ। ਫੋਟੋਨ ਜਿਹੜਾ HF ਦੇ ਬਰਾਬਰ ਹੈ, H ਪਲੈਂਕਸ ਕਾਂਸਟੈਂਟ ਹੈ, F C ਵਟ ਲੈਮਡਾ ਆ। ਹੁਣ ਜੇ ਲੈਮਡਾ ਉਧਰ ਨੂੰ ਲੈ ਜਾਏਗਾ ਤੇ EP ਥੱਲੇ ਆ ਜਾਏਗੀ, HC ਵਟ EP, ਔਰ EP ਇੱਥੇ ਗ੍ਰੇਟਰ ਦੈਨ ਇਕੁਅਲ ਟੂ EG ਆ। ਪਤਾ ਲੱਗ ਗਿਆ ਨਾ? ਫਿਰ ਉਹੀ ਵੈਲਿਊ ਇੱਥੇ ਅਸੀਂ ਪੁੱਟ ਕਰ ਦਿੰਦੇ ਹਾਂ। ਸੋ ਵਿਚ ਹੈਜ਼ ਅਨਦਰ ਫਾਰਮ, ਐਦਾਂ ਵੀ ਅਸੀਂ ਇਹਨੂੰ ਰੱਖ ਸਕਦੇ ਹਾਂ, ਠੀਕ ਹੈ। ਕਹਿੰਦਾ ਇਫ ਯੂ ਮਈਅਰ ਜਿਹੜਾ ਗੈਪ ਆ ਉਹ ਤੁਸੀਂ ਇਲੈਕਟ੍ਰੋਨ ਵੋਲਟ 'ਚ ਮਈਅਰ ਕਰਦੇ ਆ ਸਪੋਜ਼, ਠੀਕ ਹੈ। ਐਂਡ ਇਲੈਕਟ੍ਰੋਨ ਵੋਲਟ ਦੇ ਵਿੱਚ એનર્ਜੀ ਗੈਪ ਜਿਹੜਾ, ਐਂਡ ਔਰ ਲੈਮਡਾ ਜਿਹੜਾ ਤੁਹਾਡਾ ਜਿਹੜੀ ਵੇਵਲੈਂਥ ਆ ਉਹ ਨੈਨੋਮੀਟਰ 'ਚ ਹੈ। ਫਿਰ ਅਸੀਂ ਆਹ ਐਕਸਪ੍ਰੈਸ਼ਨ ਕੱਢਿਆ, ਇਹ ਮੈਂ ਤੁਹਾਨੂੰ ਕੱਲ ਜਾਂ ਨੈਕਸਟ ਟਾਈਮ ਦੱਸੂਗਾ ਵੀ 1248 ਬਟੇ EG ਹੈ, ਜਿਹੜੀ ਐਕਚੁਅਲੀ HC ਦਾ ਇਹ ਪ੍ਰੋਡਕਟ ਹੈ। HC ਦਾ H ਪਲੈਂਕਸ ਕਾਂਸਟੈਂਟ, ਜਿਹਦੀ ਵੈਲਿਊ 6.626 into 10⁻³ ਜੂਲਸ ਹੋਈ, ਤੇ C ਜਿਹੜੀ ਆ ਵੈਲੋਸਿਟੀ ਆਫ ਲਾਈਟ ਹੈ। ਜਦੋਂ ਇਲੈਕਟ੍ਰੋਨ ਵੋਲਟ ਦੀ ਗੱਲ ਕਰਨੀ ਆ ਉਹ ਫਿਰ ਅਸੀਂ 1.6 into 10⁻19 ਜਿੱਦਾਂ ਕੂਲਮ, ਜਿੱਦਾਂ ਅਸੀਂ ਜਾਂ ਜੂਲਸ, ਉਹ ਜਿਹੜੀ ਇਲੈਕਟ੍ਰੋਨ ਵੋਲਟ ਜਿਹੜੀ એનર્ਜੀ ਦੀ ਗੱਲ ਕਰਨੀ ਹੈ। ਜੋ ਮੈਂ ਤੁਹਾਨੂੰ ਦੱਸੂਗਾ ਜੂਲਸ ਤੇ ਇਲੈਕਟ੍ਰੋਨ ਵੋਲਟ ਦੇ ਵਿੱਚ ਕੀ ਫਰਕ ਹੈ, ਇਹ ਕੱਲ ਦੱਸੂਗਾ ਮੈਂ ਮੈਥਮੈਟੀਕਲ। ਫਿਲਹਾਲ ਤੁਸੀਂ ਆਹ ਰਿਮੈਂਬਰ ਰੱਖਣਾ, ਯਾਦ ਰੱਖਣਾ ਵੀ ਜਿਹੜਾ HC ਦਾ ਪ੍ਰੋਡਕਟ ਹੈ ਉਹ 1248 ਆਇਆ। ਪਤਾ ਲੱਗ ਗਿਆ? ਇਹ ਮੈਂ ਦੱਸੂਗਾ ਤੁਹਾਨੂੰ 2.8 ਫਾਰਮੂਲੇ ਦੇ ਵਿੱਚ ਕੱਲ ਨੈਕਸਟ ਟਾਈਮ, ਰਾਈਟ? ਹਾਂ ਬਈ, ਪਤਾ ਲੱਗ ਗਿਆ? ओके सर। ओके सर। The result of this multi wavelength और lambda I लिखा I मल्टी वेवलेंथ, क्योंकि किन्ने एनर्जी लेवल ਦਾ ਪਤਾ ਹੀ ਨਹੀਂ ਸਾਨੂੰ। तो हर एक लेवल तो हर कंडक्शन बैंड ਦੇ ਵਿੱਚ ਜਿਹੜਾ ਵੀ ਹਾਇਰ એનર્ਜੀ ਲੈਵਲ ਹੈ, ਜਿੰਨੇ ਵੀ ਲੈਵਲ ਹੈ ਉਹਨੇ ਵੈਲੈਂਸ ਬੈਂਡ ਵਾਲੇ ਤੱਕ ਆਉਣਾ ਹੀ ਆਉਣਾ। ਇਲੈਕਟ੍ਰੋਨਸ ਨੇ ਉਹਦੀ ਟ੍ਰਾਂਜੀਸ਼ਨ ਹੋਣੀ ਆ। ਉਸ ਟ੍ਰਾਂਜੀਸ਼ਨ ਜਦੋਂ ਫਾਲ ਕਰਨਾ ਇਲੈਕਟ੍ਰੋਨ ਨੇ, ਉਦੋਂ એનર્ਜੀ ਨੇ ਰੇਡੀਏਟ ਹੋਣਾ ਇਨ ਦੀ ਫਾਰਮ ਆਫ ਲਾਈਟ, ਜਿਹਨੂੰ ਅਸੀਂ ਫੋਟੋਨਸ ਕਹਿੰਦੇ ਆ। ਇਸ ਤਰੀਕੇ ਨਾਲ ਹਰ ਲਾਈਟ ਦਾ ਆਪਣੀ ਵੇਵਲੈਂਥ ਹੈ, ਉਹਨੂੰ ਤਾਂ ਮਲਟੀ ਵੇਵਲੈਂਥ ਕਹਿੰਦਾ। The result of this multi wavelength radiation is a wide spectral width. So obviously ਅਸੀਂ ਨੈਟ ਰਿਜ਼ਲਟ ਕਿੱਦਾਂ ਲਈਏ? ਉਹ ਭਾਈ ਸਾਰੇ એનર્ਜੀ ਲੈਵਲ ਤੋਂ ਤਾਂ ਲਾਈਟ ਗਿਰ ਰਹੀ ਆ, ਤੇ ਸਪੈਕਟਰਲ ਵਿਡਥ ਕਿਹੜੀ ਲਈਏ? ਉਹ ਕਹਿੰਦਾ ਵਾਈਡ ਹੋਏਗੀ, ਵਾਈਡ ਸਪੈਕਟਰਲ ਵਿਡਥ ਹੋਏਗੀ of light emitted by the semiconductor. So this explanation is depicted in figure 9.2. ਇਹ ਮੈਂ ਤੁਹਾਨੂੰ ਦਿਖਾਣਾ ਕਿੱਦਾਂ। ਆ ਦੇਖੋ, ਆ ਫਿਗਰ ਨਜ਼ਰ ਆ ਰਹੀ ਹੈ? ਹੈਲੋ,
हाँ बच्चों, हाँ बच्चों, हाँ जी सर, आ रही हाँ है। आ रही है ना। देखो, हाँ फिर इको हाँ जी बच्चा हाँ जी ਰਿਸਪੌਂਡ सर। ਕਰਦਾ, ਬਾਕੀ ਵੀ ਰਿਸਪੌਂਡ ਕਰਨ ਨਾ। ਹਾਂ ਦੇਖੋ ਇਦਾਂ ਆਪਾਂ ਵਰਟੀਕਲੀ ਇਸ ਨੂੰ એનર્ਜੀ ਦਿਖਾ ਲਿਆ ਐ, ਤੇ ਇਦਾਂ ਅਸੀਂ ਕੁਝ ਵੀ ਨਹੀਂ, ਇਹਨੂੰ ਤੁਸੀਂ ਭਾਵੇਂ ਇਮੇਜਿਨੇਸ਼ਨ ਹੀ ਆ ਵੀ ਇਹ ਸਮਝੋ ਥੱਲੇ ਵੇਲਸ ਬੈਂਡ ਹੈ, ਜਾਣੀ ਅਸੀਂ ਇਹ ਕਹੀਏ ਵੀ ਉਹਦੀ ਜਿਹੜਾ ਸੈਮੀਕੰਡਕਟਰ ਮਟੀਰੀਅਲ ਪਿਆ, ਜਿਹਦਾ ਇੱਕ ਪਿਓਰ ਡਿਵਾਈਸ ਪਈ ਆ, ਅਸੀਂ ਅਲੋਂਗ ਦੀ ਐਕਸ ਐਕਸਿਸ ਅਸੀਂ ਜਸਟ ਸਾਡੀ ਇੱਕ ਇਮੇਜਿਨੇਸ਼ਨ ਹੈ, ਐਨੂੰ એનર્ਜੀ ਲੈਣੀ ਹੈ। ਠੀਕ ਹੈ, ਹੁਣ ਥੱਲੇ ਆ ਦੇਖੋ 8-9 ਮਿੰਟ ਰਹਿ ਗਿਆ ਬਸ, ਕੋਈ ਨਹੀਂ। ਬੈਲੈਂਸ ਬੈਂਡ ਦੇ ਵਿੱਚ ਜਦੋਂ ਇਲੈਕਟ੍ਰੋਨ ਉੱਪਰ ਗਿਆ, ਐਕਸਾਈਟਡ ਹੋ ਗਿਆ, ਐਕਸਾਈਟਡ ਇਲੈਕਟ੍ਰੋਨ ਨੇ ਥੱਲੇ ਫਾਲ ਕਰਨਾ। ਮੰਨ ਲਓ ਬੈਲੈਂਸ ਕੰਡਕਸ਼ਨ ਬੈਂਡ ਦੇ ਵਿੱਚ ਇੱਕ ਆ ਇਲੈਕਟ੍ਰੋਨ ਹੈ, ਉਹ ਥੱਲੇ ਫਾਲ ਕੀਤਾ, ਇਹਨੇ λ1 ਰਿਲੀਜ਼ ਕਰਤੀ। ਜਦੋਂ ਲਾਈਟ ਰੇਡੀਏਟ ਹੋਣਾ, ਉਹਦੀ ਆਪਣੀ ਵੇਵਲੈਂਥ ਹੋਈ, ਇਦਾਂ ਹੀ ਐਸ એનર્ਜੀ ਲੈਵਲ ਤੋਂ ਆ ਇਲੈਕਟ੍ਰੋਨ ਫਾਲ ਕੀਤਾ, ਐਸ એનર્ਜੀ ਲੈਵਲ ਤੋਂ ਇਹ। ਸੋ ਦੇਖਿਆ ਨਾ, λ1 λ2 λ3। ਤੋਂ ਇਦਾਂ ਇਹ ਤਾਂ ਇੱਕ ਸਿੰਪਲ ਐਗਜ਼ਾਮਪਲ ਕੋਡ ਕੀਤੀ ਆ ਵੀ 3 ਇਲੈਕਟ੍ਰੋਨਸ ਆ। ਇਦਾਂ ਐਕਸਾਈਟਡ ਇਲੈਕਟ੍ਰੋਨਸ ਕੰਡਕਸ਼ਨ ਬੈਂਡ ਵਿੱਚ ਤਾਂ ਬਹੁਤ ਸਾਰੇ ਹੋ ਸਕਦੇ ਆ, ਪਤਾ ਲੱਗਿਆ। ਔਰ ਕਿਉਂਕਿ ਉੱਥੇ ਜਿੰਨੇ ਵੀ ਮਰਜ਼ੀ એનર્ਜੀ ਲੈਵਲਸ ਨੇ, ਇਦਾਂ ਹੀ ਵੇਲੈਂਸ ਬੈਂਡ ਵਿੱਚ ਵੀ ਜਿਹੜੇ એનર્ਜੀ ਲੈਵਲ, ਜਿਹੜੇ ਹਾਇਰ ਤੋਂ ਜਦੋਂ ਵੀ ਲੋਅਰ ਵੱਲ ਆਉਣਾ, ਉਹਨੇ એનર્ਜੀ ਆਪਣੀ ਰੇਡੀਏਟ ਕਰਨੀ ਹੈ। ਸੋ ਜਦੋਂ ਨੈਟ ਇਫੈਕਟ ਲੈਂਦੇ ਆ, ਮਲਟੀ ਵੇਵਲੈਂਥ ਹੋ ਗਈ, ਆ ਦੇਖੋ ਸਪੈਕਟਰਲ ਵਿਡਥ ਬਹੁਤ ਜ਼ਿਆਦਾ ਹੋ ਗਈ, ਆ ਦੇਖੋ, ਠੀਕ ਹੈ ਨਾ। ਆ ਇੱਕ ਜਿਹੜੀ ਲੈਮਡਾ ਪੀ ਆ, ਇਹਨੂੰ ਪੀਕ ਵੇਵਲੈਂਥ ਕਹਿ ਲਓ, ਜਿੱਥੇ ਉਹਦਾ ਐਂਪਲੀਟਿਊਡ ਜ਼ਿਆਦਾ ਆ ਨਾਰਮਲਾਈਜ਼ ਜਿਹਦੀ ਉਹਦੀ ਪਾਵਰ ਜ਼ਿਆਦਾ। ਤੋ ਇੱਥੋਂ ਜਿੱਦਾਂ ਜਿੱਦਾਂ ਇਹਦੇ ਰਾਈਟ ਤੇ ਜਾਂ ਲੈਫਟ ਤੇ ਜਾਓਗੇ, ਆ ਠੀਕ ਨੇ, ਇਦਾਂ ਕਰਵ ਜਿਹੜੀ ਫਾਲ ਕਰ ਰਹੀ ਹੈ, ਇਧਰੋਂ ਵੀ ਐ ਨੂੰ ਫਾਲ ਕਰ ਰਹੀ ਹੈ, ਪਰ ਵੇਵਲੈਂਥ ਵੱਧ ਰਹੀ ਆ, ਦੇਖਿਆ ਨਾ, ਵੇਵਲੈਂਥ ਵੱਧ ਰਹੀ ਆ। ਸੋ ਸਪੈਕਟਰਲ ਵੇਵਲੈਂਥ ਅਸੀਂ ਕੀ ਲੈਂਦੇ ਆ, ਹਾਫ ਤੇ, ਹਾਫ ਆਫ ਦਾ ਮੈਕਸਿਮਮ। ਮੇਰੀ ਗੱਲ ਪੱਲੇ ਪਈ, ਪੁਆਇੰਟ ਆ ਜਿਹੜਾ ਹਾਫ 1.5 ਮੀਨਸ ਕੀ ਹੋ ਗਈ, ਹਾਫ, ਹਾਫ ਆਫ ਦਾ ਮੈਕਸਿਮਮ। ਇਹ ਸਪੈਕਟਰਲ ਵਿਡਥ ਆ। ਕਲੀਅਰ ਹੋ ਗਈ ਗੱਲ? ਹੈਲੋ। हाँ जी सर। ਔਰ ਇਹ ਐਲਈਡੀ ਦੇ ਕੇਸ ਵਿੱਚ ਬਹੁਤ ਜ਼ਿਆਦਾ, ਬਿਕੋਜ਼ ਆਫ ਦੀ ਰੇਡੀਏਸ਼ਨਸ ਆਫ ਮਲਟੀ ਵੇਵਲੈਂਥ। ਕਲੀਅਰ ਹੋ ਗਈ? ਆਪਾਂ ਹੁਣ ਬੈਕ ਸਾਈਡ ਪਿਛਲੇ ਪੇਜ ਤੇ ਫੇਰ ਜਾਂਦੇ ਆ, ਅਜੇ ਹੈਗੇ 8 ਮਿੰਟ ਤੋਂ ਉੱਪਰ ਹੈਗਾ। ਠੀਕ ਹੈ, ਤੋ ਇਹ ਗੱਲ ਕਰ ਦਿੱਤੀ। ਠੀਕ ਹੈ, ਹੁਣ ਮੈਂ ਤੁਹਾਨੂੰ ਪੀਐਨ ਜੰਕਸ਼ਨ ਦੀ ਇਹ ਗੱਲ, ਇਹ ਮੈਂ ਪਹਿਲਾਂ ਹੀ ਦੱਸਤੀ ਹੈ। ਦੇਖੋ ਕਿੱਦਾਂ ਡੋਪੈਂਟਸ ਕੀ ਨੇ, ਡਿਪਲੀਸ਼ਨ ਰੀਜਨ ਕੀ ਹੈ, ਇਹਦੇ ਬਾਰੇ ਤੁਹਾਨੂੰ ਪਤਾ ਹੀ ਆ। ਠੀਕ ਹੈ, ਨਹੀਂ ਇਹ ਅਗਲੀ ਇਹ ਤੁਹਾਨੂੰ ਪਤਾ ਹੀ ਆ। ਦੇਖੋ ਇੱਕ ਜੰਕਸ਼ਨ ਜਿਹੜਾ ਉਹਦੇ ਪਿਛਲੀ ਫਿਗਰ ਦੇ ਵਿੱਚ ਦਿਖਾਇਆ ਸੀ ਉਹਨੇ, ਕਿੱਦਾਂ ਇੱਕ ਮਿੰਟ એનર્ਜੀ ਬੈਂਡ ਡਾਇਗਰਾਮ ਇੱਥੇ ਦੇਖਦਾ ਕੋਈ ਜੇ ਡਾਇਗਰਾਮ ਹੋਈ। ਹਾਂ, ਉਹ ਤਾਂ ਪਤਾ ਹੀ ਹੈ ਸਾਨੂੰ, ਜਦੋਂ ਪੀ ਤੇ ਐਨ ਜੰਕਸ਼ਨ ਬਣਨੇ ਆ, ਤੇ ਉਹ ਪੀ ਤੇ ਐਨ ਜਦੋਂ ਅਸੀਂ ਡਿਵਾਈਸ ਮਟੀਰੀਅਲ ਨੂੰ ਅਸੀਂ ਲਾਗੇ ਲੈ ਕੇ ਆਉਂਦੇ ਤੇ ਜੰਕਸ਼ਨ ਬਣਦਾ, ਉਹਦੇ ਕ੍ਰਾਸ ਡਿਪਲੀਸ਼ਨ ਲੇਅਰ ਬਣਦੀ ਆ। ਔਰ ਡਿਪਲੀਸ਼ਨ ਲੇਅਰ ਤੇ ਜਿਹੜੀ ਇਮੋਬਾਈਲਸ ਆਇਨ ਕਰਕੇ ਸਾਡੀ ਡਿਪਲੀਸ਼ਨ ਵੋਲਟੇਜ ਮਿਲਦੀ ਆ। ਠੀਕ ਹੈ ਨਾ, ਉਹਨੂੰ ਵੀਡੀ ਵੀ ਕਹਿੰਦੇ ਅਸੀਂ, ਜਾਂ ਇਲੈਕਟ੍ਰਿਕ ਫੀਲਡ ਵੀ ਕਹਿੰਦੇ ਆ। ਪਤਾ ਲੱਗ ਗਿਆ? ਡੋਪੈਂਟ ਦਾ ਮਤਲਬ ਹੈ ਜਦੋਂ ਅਸੀਂ ਕਿਸੇ हाँ जी ਪਿਓਰ सर। ਸੈਮੀਕੰਡਕਟਰ ਮਟੀਰੀਅਲ ਦੇ ਵਿੱਚ ਕੋਈ ਇੰਪਿਊਰਿਟੀ ਐਡ ਕਰੀਏ, ਜੇ ਉਹ ਟ੍ਰਾਈਵੈਲੈਂਟ ਇੰਪਿਊਰਿਟੀ ਆ ਤੇ ਉਹ ਉੱਤੇ ਹੋਲਸ ਦੀ ਮੈਜੋਰਟੀ ਆ ਜਾਏਗੀ। ਜੇ ਪੈਂਟਾਵੈਲੈਂਟ ਇੰਪਿਊਰਿਟੀ ਆ ਤੇ ਉੱਥੇ ਇਲੈਕਟ੍ਰੋਨਸ ਦੀ ਮੈਜੋਰਟੀ ਆ ਜਾਏਗੀ। ਸੋ ਜਿੱਥੇ ਪੈਂਟਾਵੈਲੈਂਟ ਇੰਪਿਊਰਿਟੀ ਐਡ ਕੀਤੀ, ਇਲੈਕਟ੍ਰੋਨ ਦੀ ਮੈਜੋਰਟੀ ਆ ਗਈ, ਉਹਨੂੰ ਅਸੀਂ ਐਨ ਟਾਈਪ ਸੈਮੀਕੰਡਕਟਰ ਕਹਿੰਦੇ ਆ। ਜਿੱਥੇ ਟ੍ਰਾਈਵੈਲੈਂਟ ਇੰਪਿਊਰਿਟੀ ਐਡ ਕੀਤੀ, ਉੱਥੇ ਹੋਲਸ ਦੀ ਮੈਜੋਰਟੀ ਆ ਜਾਏਗੀ, ਉਸ ਨੂੰ ਪੀ ਟਾਈਪ ਸੈਮੀਕੰਡਕਟਰ ਕਹਿੰਦੇ। ਇਹਨੂੰ ਐਕਸਟ੍ਰਿੰਸਿਕ ਬੋਲਦੇ ਆ। ਅਦਰਵਾਈਜ਼ ਜਿੱਥੇ ਇਲੈਕਟ੍ਰੋਨਸ ਤੇ ਹੋਲਸ ਦੀ ਗਿਣਤੀ ਬਰਾਬਰ ਆ, ਉਹ ਇੰਟ੍ਰਿੰਸਿਕ ਆ, ਉਹਨੂੰ ਪਿਓਰ ਕਹਿੰਦੇ ਆ। ਪਤਾ ਲੱਗ ਗਿਆ ਬੇਟੇ? ਹੈਲੋ, ਸਮਝ ਆ ਗਈ? ਹੈਲੋ। हाँ जी हाँ जी सर। सर। ਹਾਂ, ਇਹ ਮੈਂ ਤੁਹਾਨੂੰ ਸਿਰਫ हाँ ਦਿਖਾਇਆ जी सर। ਹੈ ਨਾ। ਹੁਣ ਮੈਂ ਇੱਕ ਐਲਈਡੀ ਦੇ, ਮੈਂ ਅਗਲੀ ਫਿਗਰ ਤੇ ਜਾਣਾ ਵੀ ਐਲਈਡੀ ਕਿੱਦਾਂ ਕੰਮ ਕਿੱਦਾਂ ਕਰਦਾ। ਐਲਈਡੀ ਪ੍ਰਿੰਸੀਪਲ ਆਫ ਐਕਸ਼ਨ, ਆਹ ਦੇਖੋ, ਆਹ ਦਿਖਾਇਆ, ਆਹ ਫਿਗਰ ਹੈ। ਯੈਸ, ਠੀਕ ਹੈ ਨਹੀਂ, ਅਗੇ ਸਾਡੇ ਕੋਲ ਹੈਗੇ 6.5 ਮਿੰਟ। ਦੇਖੋ ਇਹ ਪੀ ਟਾਈਪ ਹੈ, ਜਿਹਦੇ ਵਿੱਚ ਨੈਗੇਟਿਵ ਐਕਸੈਪਟਰ ਆਇਨਸ ਨੇ, ਪਰ ਨਾਲ ਨਾਲ ਹੋਲਸ ਵੀ ਨੇ। ਇਦਾਂ ਹੀ ਆ ਐਨ ਟਾਈਪ ਹੈ, ਜਿਹਦੇ ਕੋਲ ਇਲੈਕਟ੍ਰੋਨਸ ਕਾਲੇ ਕਾਲੇ, ਐਨ ਟਾਈਪ ਮਟੀਰੀਅਲ ਪੀ ਤੇ ਐਨ ਟਾਈਪ ਹੈ, ਤੇ ਨਾਲ ਪੋਜ਼ਿਟਿਵ ਡੋਨਰ ਆਇਨਸ ਨੇ। ਜਦੋਂ ਡਿਫਿਊਜ਼ਨ ਹੁੰਦੀ ਹੈ ਜੰਕਸ਼ਨ ਦੇ ਕ੍ਰਾਸ, ਆਇਨਸ ਰਹਿ ਜਾਂਦੇ ਆ, ਇਹ ਇਮੋਬਾਈਲਸ ਨੇ। ਇੱਥੇ ਹੁਣ ਤੁਸੀਂ ਦੇਖਿਆ ਨਾ ਹੋਲਸ ਆ ਤੇ ਨਾ ਇਧਰ ਇਲੈਕਟ੍ਰੋਨਸ ਆ, ਪਰ ਆਇਨਸ ਨੇ ਜਿਹੜੇ ਇਮੋਬਾਈਲਸ ਨੇ, ਇਹ ਸਟੈਟਿਕ ਨੇ, ਇਹ ਖੜੇ ਨੇ ਸਮਝੋ ਜੰਕਸ਼ਨ ਦੇ ਕ੍ਰਾਸ। ਇਹਦੇ ਕਰਕੇ ਇਧਰ ਪੋਜ਼ਿਟਿਵ ਐਂਡ ਇਧਰ ਨੈਗੇਟਿਵ ਐਂਡ, ਇਹਦੇ ਕਰਕੇ ਇੱਕ ਵੋਲਟੇਜ ਹੀ ਪੈਦਾ ਹੋ ਜਾਂਦੀ ਆ। ਇਹਨੂੰ ਅਸੀਂ ਡਿਪਲੀਸ਼ਨ ਰੀਜਨ ਦਾ ਮਤਲਬ ਇੱਥੇ ਚਾਰਜ ਕੈਰੀ ਹੈ ਨਹੀਂ, ਉਹ ਤੋਂ ਡਿਪਲੀਟ ਆ, ਤੇ ਆ ਡਿਪਲੀਸ਼ਨ ਵੋਲਟੇਜ ਜਿਹੜੀ ਆ ਇਹ ਪੈਦਾ ਹੋ ਗਈ ਐਸ ਪੋਜ਼ਿਟਿਵ ਤੇ ਨੈਗੇਟਿਵ ਆਇਨਸ ਕਰਕੇ। ਠੀਕ ਹੈ, ਹੁਣ ਇਹ ਕਿਸਮ ਦਾ ਬੈਰੀਅਰ ਬਣ ਗਿਆ। ਇਸ ਬੈਰੀਅਰ ਇਹ ਜਾਨੀ ਫਰਦਰ ਡਿਫਿਊਜ਼ਨ ਨਹੀਂ ਹੋਣ ਦਿੰਦਾ। ਜਿੰਨੀ ਇਲੈਕਟ੍ਰੋਨਸ ਦੇ ਹੋਲ ਦੀ ਰੀਕੰਬੀਨੇਸ਼ਨ ਹੋਏਗੀ, ਉਨਾ ਹੀ ਜਿਹੜੀ ਲਾਈਟ ਜਿਹੜੀ ਆ ਉਹ ਰੇਡੀਏਟ ਹੋਏਗੀ। ਸੋ ਇਹਦਾ ਮਤਲਬ ਸਾਡੀ ਜਿਹੜੀ ਡਿਪਲੀਸ਼ਨ ਲੇਅਰ ਹੀ ਆ, ਉਹ ਹੀ ਇੱਕ ਕਿਸਮ ਦਾ ਐਕਟਿਵ ਰੀਜਨ ਹੈ। ਕਲੀਅਰ ਹੋਈ ਗੱਲ?
क्लियर हुई गल बच्चों? हेलो हाँ स्टूडेंट्स जवाब दो भाई। जवाब दो। देखो आ जेड़ा डिप्लीशन रीजन है ਇਹਦੇ ਵਿੱਚ ਇਲੈਕਟ੍ਰੋਨ ਹੋਲਸ ਇਧਰੋਂ ਤੇ ਇਲੈਕਟ੍ਰੋਨਸ ਇਧਰੋਂ ਜਦੋਂ ਡਿਫਿਊਜ਼ਨ ਹੋਦੀ ਰੀਕੰਬੀਨੇਸ਼ਨ ਹੋਣੀ ਆ ਹਰ ਇੱਕ ਰੀਕੰਬੀਨੇਸ਼ਨ ਕਰਕੇ ਇੱਕ ਫੋਟੋਨ ਪੈਦਾ ਹੋਣਾ। ਮੇਰੀ ਗੱਲ ਪੱਲੇ ਪਈ, ਇੱਕ ਫੋਟੋਨ ਪੈਦਾ ਹੋਣਾ। ਸੋ ਇਹਦਾ ਮਤਲਬ ਐਲਈਡੀ ਦੀ ਜਿਹੜੀ ਡਿਪਲੀਸ਼ਨ ਰੀਜਨ ਹੈ ਉਹੀ ਉਹਦਾ ਐਕਟਿਵ ਰੀਜਨ ਹੈ, ਠੀਕ ਹੈ। ਜਦੋਂ ਡਿਫਿਊਜ਼ਨ ਉਹ ਅਸੀਂ ਇਹ ਕਹਿੰਦੇ ਆ ਵੀ ਜ਼ਿਆਦਾ ਇਹ ਜੰਕਸ਼ਨ ਵਾਈਡ ਨਾ ਹੋਵੇ, ਸੌਰੀ ਜਿਹੜੀ ਸਾਡੀ ਡਿਪਲੀਸ਼ਨ ਲੇਅਰ ਵਿਡਥ ਜ਼ਿਆਦਾ ਨਾ ਹੋਵੇ, ਠੀਕ ਹੈ। ਫਿਰ ਇਸ ਨੂੰ ਓਵਰਕਮ ਕਰਨ ਵਾਸਤੇ ਅਸੀਂ ਆ ਐਕਸਟਰਨਲ ਵੋਲਟੇਜ ਦੇ ਦਿੰਦੇ ਆ ਤਾਂ ਕਿ ਫਾਸਟ ਡਿਫਿਊਜ਼ਨ ਹੋਵੇ P ਤੋਂ N1 ਨੂੰ N ਤੋਂ P1 ਨੂੰ, ਔਰ ਜਦੋਂ ਉਹਨਾਂ ਦੀ ਰੀਕੰਬੀਨੇਸ਼ਨ ਹੋਣੀ ਹਰ ਰੀਕੰਬੀਨੇਸ਼ਨ ਕਰਕੇ ਲਾਈਟ ਜਿਹੜੀ ਪੈਦਾ ਹੋਣੀ ਹੈ, ਠੀਕ ਹੈ। ਔਰ ਫਿਰ ਇਸ ਲਾਈਟ ਨੂੰ ਅਸੀਂ ਦੇਖੀਏ ਕਿਦਾਂ, ਠੀਕ ਹੈ। ਔਰ ਇਹ ਜਦੋਂ ਇਹ ਹੁਣ ਆਪਾਂ ਇੱਥੇ ਦੇਖਦੇ ਆ ਦੇਖੋ ਇਹਨੂੰ ਇਲੈਕਟ੍ਰਿਕ ਪ੍ਰਿੰਸੀਪਲ ਲਗਾਤਾ। ਜਿਹੜਾ ਐਲਈਡੀ ਆ ਇਹਨੂੰ ਫਾਰਵਰਡ ਵਾਇਸ ਕਰਨਾ, ਆ ਗਲਤ ਕੀਤਾ ਇਹਨੇ, ਰਿਵਰਸ ਵਾਇਸ ਕੀਤਾ। ਇਧਰ ਐਂਡ ਪੋਜ਼ਿਟਿਵ ਹੈ, ਆ ਨੈਗੇਟਿਵ, ਆ ਗਲਤ ਆ। ਇਹਨੂੰ ਫਾਰਵਰਡ ਵਾਇਸ ਇਦਾਂ ਨਹੀਂ ਹੈ, ਮਤਲਬ ਆ ਸਿੰਬਲ ਗਲਤ ਹੋ ਗਿਆ, ਇਧਰ ਪੋਜ਼ਿਟਿਵ ਹੋਣਾ ਇੱਧਰ ਨੈਗੇਟਿਵ ਹੋਣਾ। ਇਹ ਗੱਲ ਹੋ ਗਈ ਕਲੀਅਰ? ਹੈਲੋ, ਕਿਉਂਕਿ ਐਲਈਡੀ ਨੂੰ ਵੀ ਫਾਰਵਰਡ ਵਾਇਸ ਹੀ ਕਰਦੇ ਆ ਅਸੀਂ। ਹੈਲੋ ਸਟੂਡੈਂਟਸ ਜਵਾਬ ਦਿਆ ਕਰੋ ਸਟੂਡੈਂਟਸ। ਹਾਂਜੀ ਹਾਂਜੀ ਸਰ। ਹਾਂ ਵਿੱਚ ਵਿੱਚ ਰਿਹਾ ਕਰੋ, ਠੀਕ ਹੈ। ਸੋ ਜਦੋਂ ਐਲਈਡੀ ਨੂੰ ਅਸੀਂ ਫਾਰਵਰਡ ਬਾਇਸ ਕਰਦੇ ਆ ਪਾਵਰ ਸਪਲਾਈ ਦੇ ਕਰੰਟ ਨੂੰ ਲਿਮਿਟ ਕਰਨ ਵਾਸਤੇ ਇਸ ਰੈਜ਼ਿਸਟਰ ਆ ਲਗਾਤੀ। ਇਹ ਜੋ ਅਸੀਂ ਐਲਈਡੀ ਦਾ ਫੰਕਸ਼ਨ ਦੱਸਿਆ ਉਹ ਲਾਈਟ ਜਿਹੜੀ ਆ ਉਹ ਰੇਡੀਏਟ ਹੋਏਗੀ। ਪਰ ਅਸੀਂ ਹੁਣ ਦੇਖੋ ਇਸ ਦੇ ਕੇਸ ਦੇ ਵਿੱਚ ਜਿਹੜੀ ਜਦੋਂ ਰੀਕੰਬੀਨੇਸ਼ਨ ਹੁੰਦੀ ਚਾਰਜ ਕਰੇ ਉੱਥੇ ਰੇਡੀਏਟਿਵ ਤੇ ਨਾਨ ਰੇਡੀਏਟਿਵ ਕੰਬੀਨੇਸ਼ਨ ਬਣਦਾ। ਦੇਖੋ ਰੇਡੀਏਟਿਵ ਤੇ ਨਾਨ ਰੇਡੀਏਟਿਵ, ਆ ਦੇਖੋ ਜਦੋਂ ਲਾਈਟ ਨਹੀਂ ਪੈਦਾ ਹੋਣੀ ਉਹ ਨਾਨ ਹੁੰਦਾ ਹੈ, ਇਲੈਕਟ੍ਰੋਨਸ ਤੇ ਹੋਲਸ ਮਿਲਦੇ ਹੈਗੇ ਨੇ, ਮਤਲਬ ਰੀਕੰਬੀਨੇਸ਼ਨ ਹੁੰਦੀ ਆ। ਜਦੋਂ ਲਾਈਟ ਪੈਦਾ ਨਹੀਂ ਹੋਈ ਉਹ ਨਾਨ ਰੇਡੀਏਟਿਵ ਹੋਈ, ਜਦੋਂ ਲਾਈਟ ਪੈਦਾ ਹੋ ਗਈ ਉਹ ਰੇਡੀਏਟਿਵ ਹੋਈ। ਆਪ ਸਮਝ ਆ ਗਈ ਮੇਰੀ ਗੱਲ, ਪੱਲੇ ਪੈ ਗਈ? ਹੈਲੋ ਯੈਸ ਸਰ। ਹਾਂ ਅਸਲ ਚ ਕੀ ਹੈ ਕਿ ਅਸੀਂ ਜਿਹੜੀ ਜਿੰਨੀਆਂ ਵੀ ਸੈਮੀ ਕੰਡਕਟਰ ਡਿਵਾਈਸਸ ਹੈ ਅਸੀਂ ਉਹਨਾਂ ਦੀ ਕੰਡਕਸ਼ਨ ਨਾਰਮਲੀ ਉਹ ਅਸੀਂ ਵੈਸੇ ਤਾਂ ਦੋਨੋਂ ਚਾਰਜ ਕੈਰੀਅਰ ਕਰਕੇ ਕੰਡਕਸ਼ਨ ਲੈਂਦੇ ਹੋਲਸ ਤੇ ਇਲੈਕਟ੍ਰੋਨਸ ਕਰਕੇ, ਪਰ ਅਸੀਂ ਕਿਉਂਕਿ ਇਲੈਕਟ੍ਰੋਨਸ ਹੀ ਜ਼ਿਆਦਾ ਡੀਲ ਕਰਦੇ ਆ ਤੇ ਇਲੈਕਟ੍ਰੋਨਸ ਦੇ ਕਰਕੇ ਹੀ ਉਹ ਜਿਹੜੀ ਵੀ ਜਦੋਂ ਚਾਰਜ ਕੈਰੀਅਰ ਦੀ ਰੀਕੰਬੀਨੇਸ਼ਨ ਹੋਈ ਹੋਲ ਦੀ ਇਲੈਕਟ੍ਰੋਨਸ ਨਾਲ, ਠੀਕ ਹੈ, ਤੇ ਉਹਦੇ ਕਰਕੇ ਫੋਟੋਨ ਪੈਦਾ ਹੋਣਾ। ਔਰ ਕਈ ਵਾਰੀ ਉਹ ਰੀਕੰਬੀਨੇਸ਼ਨ ਸਾਨੂੰ ਵਿਜ਼ੀਬਲ ਨਹੀਂ ਹੁੰਦੀ, ਜੇ ਤਾਂ ਸਾਨੂੰ ਵਿਜ਼ੀਬਲ ਹੋ ਗਈ ਫਿਰ ਤਾਂ ਰੇਡੀਏਟਿਵ ਹੋਈ, ਜੇ ਨਹੀਂ ਹੋਈ ਤੇ ਉਹ ਨਾਨ ਰੇਡੀਏਟਿਵ ਹੋਈ। ਪਤਾ ਲੱਗ ਗਿਆ? ਮੇਰੀ ਗੱਲ ਸਮਝ ਆਈ? ਕਹਿੰਦਾ ਡਿਫਰੈਂਸ ਰੈਗੂਲਰ ਡਾਇਓਡ ਤੇ ਐਲਈਡੀ ਦੇ ਵਿੱਚ ਕੀ ਫਰਕ ਹੈ? ਦੀ ਡਿਫਰੈਂਸ ਇਜ਼ ਦੈਟ ਰੈਗੂਲਰ ਡਾਇਓਡ ਦੀਸ ਰੀਕੰਬੀਨੇਸ਼ਨ ਰਿਲੀਜ਼ એનર્ਜੀ ਇਨ ਦੀ ਥਰਮਲ ਜਾਨੀ ਹੀਟ ਦੀ ਫਾਰਮ ਦੇ ਵਿੱਚ, ਤੇ ਜਿਹੜਾ ਐਲਈਡੀ ਆ ਉਹਨੇ ਵਿਜ਼ੀਬਲ ਜਾਨੀ ਲਾਈਟ ਦੀ ਫਾਰਮ ਦੇ ਵਿੱਚ, ਕਿਉਂਕਿ ਲਾਈਟ ਸਾਨੂੰ ਵਿਜ਼ੀਬਲ ਹੈ portion of the electromagnetic spectrum. This is why these electronic devices are always warm ਕਿਹੜੀਆਂ ਜਿੱਦਾਂ ਐਲਈਡੀ ਆ, ਟ੍ਰਾਂਜ਼ਿਸਟਰ ਹੈ, ਸੌਰੀ ਆਰਡੀਨਰੀ ਡਾਇਓਡ ਹੈ, ਟ੍ਰਾਂਜ਼ਿਸਟਰ ਹੈ, ਕਿਉਂਕਿ ਉੱਥੇ એનર્ਜੀ ਜਿਹੜੀ ਇਨ ਦੀ ਫਾਰਮ ਹੀਟ ਰੇਡੀਏਟ ਹੁੰਦੀ ਆ ਉਹ ਗਰਮ ਹੋ ਜਾਣੀ ਆ, ਪਰ ਇੱਥੇ ਐਲਈਡੀ ਜਾਂ ਲੇਜ਼ਰ ਦੇ ਵਿੱਚ ਉਹ ਲਾਈਟ ਦੀ ਫਾਰਮ ਦੇ ਵਿੱਚ ਹੈ। ਪਤਾ ਲੱਗਿਆ? So LED, however, these recombination results in the release of radiation in the visible or light part of the spectrum. We call ਜਿਹੜੀ ਜਿੱਥੇ ਲਾਈਟ ਜਿੱਥੇ ਪਹਿਲੀ ਜਗ੍ਹਾ ਥਰਮਲ ਹੈ ਅਸੀਂ ਉਹਨੂੰ ਨਾਨ ਰੇਡੀਏਟਿਵ ਕਹਿੰਦੇ ਆ, ਸੈਕੰਡ ਟਾਈਪ ਦੀ ਅਸੀਂ ਰੇਡੀਏਟਿਵ ਕਹਿੰਦੇ ਆ। ਪਰ ਇਨ ਰਿਐਲਿਟੀ ਦੋਨੋਂ ਟਾਈਪ ਦੀਆਂ ਜਿਹੜੀਆਂ ਰੀਕੰਬੀਨੇਸ਼ਨ ਹੁੰਦੀਆਂ ਡਾਇਓਡ ਦੇ ਵਿੱਚ, ਨਾਨ ਰੇਡੀਏਟਿਵ ਵੀ ਤੇ ਰੇਡੀਏਟਿਵ ਵੀ, ਤੇ ਮੈਜੋਰਟੀ ਕਿਹਦੀ ਆ? ਰੇਡੀਏਟਿਵ ਦੀ। ਇਸ ਕਰਕੇ ਅਸੀਂ ਐਲਈਡੀ ਕਹਿੰਦੇ। ਮੇਰੀ ਗੱਲ ਪੱਲੇ ਪੈ ਗਈ? ਸਮਝ ਆ ਗਈ? ਹੈਗਾ? ਹੈਲੋ ਬੱਚੋ। ਹਾਂਜੀ ਸਰ। ਤੋ ਫਾਰਵਰਡ ਹੁਣ ਉਹ ਜਿਹੜੀ ਸਪਲਾਈ ਹੈ ਇਹਦੇ ਨਾਲ ਕੀ ਕਰੰਟ ਇੰਜੈਕਟ ਹੋ ਜਾਣਾ, ਕਰੰਟ ਜ਼ਿਆਦਾ ਇੰਜੈਕਟ ਹੋਣਾ ਡਿਪਲੀਸ਼ਨ ਰੀਜਨ ਦੇ ਵਿੱਚ, ਜਿੱਥੇ ਵੇਅਰ ਦੇ ਰੀਕੰਬਾਈਨ ਵਿਦ ਹੋਲਸ ਐਂਡ ਰੇਡੀਏਟਿਵ ਐਂਡ ਨਾਨ ਰੇਡੀਏਟਿਵ ਵੇ, ਦੋਨੋਂ ਵਿੱਚ ਹमें ਕੰਬਾਈਨ ਕਰਨਾ, ਰੀਕੰਬਾਈਨ ਕਰਨਾ। ਤੇ ਨਾਨ ਰੇਡੀਏਟਿਵ ਜਿਹੜੀ ਰੀਕੰਬੀਨੇਸ਼ਨ ਟੇਕ ਐਕਸਾਈਟਡ ਇਲੈਕਟ੍ਰੋਨਸ, ਉਹ ਸਗੋਂ ਉਲਟੀਆਂ ਐਕਸਾਈਟਡ ਇਲੈਕਟ੍ਰੋਨਸ ਯੂਜ਼ਫੁਲ ਦੇ ਵਿੱਚੋਂ ਲੈ ਲੈਂਦੀਆਂ ਤੇ ਰੇਡੀਏਟਿਵ ਕੰਬੀਨੇਸ਼ਨ ਵਿੱਚੋਂ ਫਿਰ ਉਹਦੀ ਐਫੀਸ਼ੀਐਂਸੀ ਘਟਾ ਦੇਣੀਆਂ। ਤੇ ਇਸ ਕਰਕੇ ਅਸੀਂ ਜਿਹੜੀ ਇਸ ਟਰਮ ਨੂੰ ਕਹਿੰਦੇ ਆ ਇੰਟਰਨਲ ਕੁਆਂਟਮ ਐਫੀਸ਼ੀਐਂਸੀ। ਇੰਟਰਨਲ ਕੁਆਂਟਮ ਐਫੀਸ਼ੀਐਂਸੀ ਜਿਹੜੀ ਹੈ ਕਿ ਇਹ ਵਿੱਚ ਸ਼ੋਜ਼ ਦੀ fraction of the total number of excited injected electrons produces photons. efficiency है कि इनपुट की देती injected electrons, output की आई photons, ते जेडी दोनों दी रेशियो आ आउटपुट बटे इनपुट वो की बन गई एफिशिएंसी, क्वांटम एफिशिएंसी। क्योंकि लाइट जनरेट होनी है ना, ऊपर की है नंबर ऑफ फोटोन्स, थल्ले की है नंबर ऑफ इंजेक्टेड इलेक्ट्रॉन्स। अब समझ आ गई? हेलो हाँ जी सर। हाँ जी सर। ये टर्म मैं कल ਨੂੰ डिस्कस 1 मिनट ਤੋਂ ਘੱਟ ਰਹਿ ਗਿਆ ਹੁਣ। आई एम गोइंग टू स्टॉप इट। तो अपना स्क्रीनशॉट कर लो है ना, स्क्रीनशॉट कर लो
हेलो हेलो बच्चों, मैं आई एम गोइंग टू स्टॉप नाउ। 1 मिनट तो घट रह गया। स्क्रीनशॉट ले लो वीडियो ऑन करके। जपजीत करण मानव। ओके सर। हाँ ठीक है। हाँ वीडियो तो कोई भी नहीं ऑन करता, मैं देखा। हो गया? ठीक है। ओके बच्चों, ओके स्टूडेंट्स, सर। ओके ओके, गुड लक, थैंक यू, हैव अ गुड डे।